ਐਗਜ਼ਾਮ ਕੇਅਰ 14 ਦੇਖ ਰਹੇ ਸਾਰੇ ਦੋਸਤ ਮਿੱਤਰ ਭੈਣਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਗਜ਼ਾਮ ਕੇਅਰ 14 ਦੇ ਉੱਪਰ। ਅਤੇ ਇੱਕ ਛੋਟੀ ਜਿਹੀ ਰਿਕੁਐਸਟ ਦੇ ਨਾਲ, ਜੇਕਰ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੋਗੇ ਤਾਂ ਕਾਫੀ ਸਾਰੀ ਜਾਣਕਾਰੀ ਤੁਹਾਡੇ ਪੇਪਰ ਦੇ ਕੰਟਰੀਬਿਊਸ ਦੇ ਨਾਲ ਮਹੱਤਵਪੂਰਨ ਹੋਣ ਵਾਲੀ ਹੈ, ਉਹ ਤੁਹਾਡੇ ਰੂਬਰੂ ਹੋਏਗੀ। ਬਸ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਵੀਡੀਓ ਨੂੰ ਅੰਤ ਤੱਕ ਦੇਖਣਾ। ਲਾਈਕ ਸ਼ੇਅਰ ਤਾਂ ਤੁਸੀਂ ਵੀਡੀਓ ਦੇ ਇਫੈਕਟ ਦੇਖਣ ਤੋਂ ਬਾਅਦ ਡਿਸਾਈਡ ਕਰਨਾ। ਉਸ ਤੋਂ ਬਾਅਦ ਆਪਾਂ ਚਲੋ ਸ਼ੁਰੂ ਕਰਦੇ ਹਾਂ। ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਗਵਰਨਰ ਜਾਂ ਰਾਜਪਾਲ। ਇਸ ਤੋਂ ਪਹਿਲਾਂ ਆਪਾਂ ਨੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮੰਡਲ ਦੀ ਆਪਾਂ ਨੇ ਗੱਲ ਕਰ ਲਈ ਹੈ। ਅਤੇ ਅੱਜ ਦੇ ਟੌਪਿਕ ਦੇ ਵਿੱਚ ਜਿਹੜੇ ਮੁੱਖ ਬਿੰਦੂ ਰਹਿਣਗੇ ਉਹ ਰਹੂਗਾ ਆਪਣਾ ਰਾਜਪਾਲ। ਕਾਫੀ ਮਹੱਤਵਪੂਰਨ ਫੈਕਟ 'ਚ ਨੇ ਇਹ। ਜੇਕਰ ਤੁਸੀਂ ਇਹਨਾਂ ਦੇ ਬਾਰੇ ਕਈ ਵਾਰ ਕਨਫਿਊਜ਼ਨਾਂ ਹੁੰਦੀਆਂ ਨੇ, ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਇਹਦੇ ਬਾਰੇ ਕੁਛ ਵੀ ਨਹੀਂ ਜਾਣਦੇ, ਪਰ ਲੇਕਿਨ ਥੋੜ੍ਹਾ ਬਹੁਤਾ ਜਾਣਦੇ ਹੋਵੋਗੇ ਤਾਂ ਡੀਪਲੀ ਉਹਨਾਂ ਦੇ ਬਾਰੇ ਜਿਹੜੀ ਇਹ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਜਾਏਗੀ। ਤਾਂ ਆਪਾਂ ਰਾਜਪਾਲ ਦੀ ਗੱਲ ਕਰਦੇ ਹਾਂ। ਰਾਜਪਾਲ, ਮੁੱਖ ਮੰਤਰੀ ਅਤੇ ਰਾਜ ਦਾ ਜਿਹੜਾ ਮੰਤਰੀ ਮੰਡਲ ਹੈ ਉਸ ਦੇ ਬਾਰੇ ਆਪਾਂ ਅੱਜ ਜਾਣਕਾਰੀ ਜਿਹੜੀ ਹੈ ਇਕੱਠੀ ਕਰਨ ਦੀ ਕੋਸ਼ਿਸ਼ ਕਰਾਂਗੇ। ਕਾਫੀ ਸਾਰੀਆਂ ਇਹੋ ਜਿਹੀਆਂ ਗੱਲਾਂ ਅੱਜ ਤੁਹਾਨੂੰ ਨਵੀਆਂ ਪਤਾ ਲੱਗਣਗੀਆਂ। ਅਤੇ ਜੇਕਰ ਆਪਾਂ ਇਸ ਤੋਂ ਪਹਿਲਾਂ ਸਭ ਤੋਂ ਗੱਲ ਕਰਨੀ ਹੈ ਰਾਜਪਾਲ ਦੀ, ਤਾਂ ਜਿਹੜਾ ਮਹੱਤਵਪੂਰਨ ਚੀਜ਼ ਹੈ, ਭਾਗ 6 ਦੇ ਵਿੱਚ ਆਰਟੀਕਲ 153 ਤੋਂ ਲੈ ਕੇ 167 ਤੱਕ ਆਪਣਾ ਲਗਭਗ ਜਿਹੜੀ ਹੈ ਰਾਜਾਂ ਦੀ ਜਿਹੜੀ ਹੈ ਕਾਰਜਪਾਲਿਕਾ ਦੇ ਬਾਰੇ ਗੱਲ ਕਰਦਾ ਹੈ। ਅਤੇ ਇਸ ਦੇ ਵਿੱਚ ਹੀ ਜਿਹੜਾ ਸ਼ਾਮਿਲ ਹੁੰਦਾ ਹੈ ਗਵਰਨਰ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਤਾਂ ਇਸ ਦੇ ਵਿੱਚ ਰਾਜਪਾਲ, ਮੁੱਖ ਮੰਤਰੀ ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਿਹੜੇ ਨੇਗੇ ਮਿਨਿਸਟਰ ਨੇਗੇ ਜਾਂ ਹੋਰ ਮੰਤਰੀ ਹੁੰਦੇ ਨੇਗੇ। ਅਤੇ ਇੱਕ ਹੁੰਦਾ ਐਡਵੋਕੇਟ ਜਨਰਲ। ਐਡਵੋਕੇਟ ਜਨਰਲ ਜਿਹੜਾ ਹੁੰਦਾ ਉਹ ਵੀ ਇਸ ਦੇ ਵਿੱਚ ਸ਼ਾਮਲ ਹੁੰਦਾ, ਜਿਹੜੀ ਰਾਜ ਦੀ ਕਾਰਜਪਾਲਿਕਾ। ਅਤੇ ਆਪਾਂ ਅੱਜ ਕਾਫੀ ਮਹੱਤਵਪੂਰਨ ਸਾਰੀਆਂ ਚੀਜ਼ਾਂ ਨੇ। ਜੇਕਰ ਆਪਾਂ ਜੇਕਰ ਸਟੇਟ ਦਾ ਹੈ ਨਾ, ਸਟੇਟ ਦਾ ਜੇਕਰ ਕੰਸਟੀਟਿਊਸ਼ਨਲ ਹੈੱਡ ਦੇਖੀਏ ਸਟੇਟ ਦਾ, ਤਾਂ ਉਹ ਆਪਣਾ ਗਿਣਿਆ ਜਾਂਦਾ ਹੈ ਗਵਰਨਰ। ਅਤੇ ਜੇਕਰ ਆਪਾਂ ਪੂਰੇ ਭਾਰਤ ਦਾ ਦੇਖੀਏ, ਪੂਰੇ ਕੰਟਰੀ ਦਾ ਦੇਖੀਏ, ਤਾਂ ਕੰਸਟੀਟਿਊਸ਼ਨਲ ਹੈੱਡ ਕੌਣ ਹੁੰਦਾ? ਆਪਣਾ ਦੇਖੋ, ਹੀ ਇਜ਼ ਦਾ ਨੋਮੀਨਲ ਐਗਜ਼ੀਕਿਊਟਿਵ ਹੈੱਡ, ਟੀਟੂਅਲ ਔਰ ਕੰਸਟੀਟਿਊਸ਼ਨਲ ਹੈੱਡ। ਹੁਣ ਇੱਥੇ ਜਿਹੜੀ ਗੱਲ ਕਹੀ ਗਈ ਹੈ, ਇਹ ਸੰਵਿਧਾਨਿਕ ਪ੍ਰਮੁੱਖ ਹੁੰਦਾ ਜੇਕਰ ਆਪਾਂ ਦੇਖੀਏ ਕਿਸੇ ਵੀ ਸਟੇਟ ਬੋਡੀ ਦਾ। ਅਤੇ ਪ੍ਰੈਜ਼ੀਡੈਂਟ ਲਗਭਗ ਆਪਾਂ ਦੇਸ਼ ਦੇ ਪੱਧਰ 'ਤੇ ਜਾਂ ਕੇਂਦਰੀ ਪੱਧਰ 'ਤੇ ਜਿਹੜਾ ਸੰਵਿਧਾਨਿਕ ਪ੍ਰਮੁੱਖ ਹੈ ਉਸ ਦੀ ਗੱਲ ਕਰਦੇ ਹਾਂ। ਅਤੇ ਕਾਫੀ ਮਹੱਤਵਪੂਰਨ ਚੀਜ਼ਾਂ ਨੇ। ਜੇਕਰ ਆਪਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ ਕਿ ਭਾਗ 6 ਹੈ, ਭਾਗ 6 ਦੇ ਵਿੱਚ ਰਾਜਪਾਲ ਦੀ ਜਿਹੜੀ ਚਰਚਾ ਕੀਤੀ ਗਈ ਹੈ ਵੀ ਰਾਜਪਾਲ ਦੇ ਕੀ ਕੁਛ ਕੰਮ ਨੇਗੇ, ਕਿਵੇਂ ਇਹ ਚੁਣਿਆ ਜਾਂਦਾ ਹੈ, ਕੀ ਇਸ ਦੀਆਂ ਯੋਗਤਾਵਾਂ ਨੇ, ਉਹਨਾਂ ਦੇ ਬਾਰੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਜਿਹੜੀ ਮਹੱਤਵਪੂਰਨ ਹੁੰਦੀ ਹੈ ਕਿ ਰਾਜ ਦੇ ਵਿੱਚ ਕੋਈ ਉਪ ਰਾਜਪਾਲ ਦਾ ਜਿਹੜਾ ਠੀਕ ਹੈ ਆਫਿਸ ਨਹੀਂ ਹੁੰਦਾ, ਹੈ ਨਾ। ਡਿਪਟੀ, ਜੇਕਰ ਕਿਸੇ ਵੀ ਸਟੇਟ ਦੀ ਆਪਾਂ ਗੱਲ ਕਰੀਏ, ਉੱਥੇ ਉਪ ਰਾਜਪਾਲ ਦੀ ਹੈ ਜਿਹੜੀ ਉਪ ਰਾਜਪਾਲ ਜਾਂ ਡਿਪਟੀ ਗਵਰਨਰ ਜਾਂ ਵਾਈਸ ਗਵਰਨਰ ਦੀ ਆਪਾਂ ਗੱਲ ਨਹੀਂ ਕਰਦੇ ਹੈਗੇ, ਠੀਕ ਹੈ। ਜਿਸ ਤਰ੍ਹਾਂ ਸੈਂਟਰ ਦੇ ਵਿੱਚ ਆਪਾਂ ਦੇਖਦੇ ਹਾਂ ਉਪ ਰਾਸ਼ਟਰਪਤੀ ਹੁੰਦਾ, ਉਸ ਤਰ੍ਹਾਂ ਸਟੇਟਾਂ ਦੇ ਵਿੱਚ ਆਪਾਂ ਨੂੰ ਵਾਈਸ ਗਵਰਨਰ ਦੇਖਣ ਨੂੰ ਨਹੀਂ ਮਿਲਦਾ। ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਜੇਕਰ ਆਪਾਂ ਦੇਖੀਏ ਕਾਰਜਕਾਰੀ ਪ੍ਰਮੁੱਖ ਵੀ ਹੁੰਦਾ ਅਤੇ ਸੰਵਿਧਾਨਿਕ ਪ੍ਰਮੁੱਖ ਵੀ ਹੁੰਦਾ ਜੇਕਰ ਰਾਜ ਦੀ ਗੱਲ ਕਰੀਏ। ਉਸ ਤੋਂ ਬਾਅਦ ਜੇਕਰ ਇਸ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੋਰ ਕੀ ਹੈ, ਇਹ ਕੇਂਦਰ ਸਰਕਾਰ ਦਾ ਪ੍ਰਤੀਨਿਧੀ ਹੈ। ਕੇਂਦਰ ਸਰਕਾਰ ਦਾ ਪ੍ਰਤੀਨਿਧ ਇਹ ਕਰਦਾ ਹੈ। ਕਾਫੀ ਮਹੱਤਵਪੂਰਨ ਚੀਜ਼ ਹੈ ਇਹ। ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦੇ ਤੌਰ 'ਤੇ ਵੀ ਇਹ ਕੰਮ ਕਰਦਾ ਹੈ। ਅਤੇ ਦੋਹਰੀ ਭੂਮਿਕਾ ਦੇ ਵਿੱਚ ਇੱਥੇ ਠੀਕ ਹੈ ਰਾਜਪਾਲ ਕਾਰਿਆਲੇ ਦੇ ਵਿੱਚ ਜਿਹੜੀ ਦੋਹਰੀ ਭੂਮਿਕਾ ਦੇ ਵਿੱਚ ਇੱਥੇ ਆ ਜਾਂਦਾ ਹੈ। ਇੱਕ ਤਾਂ ਰਾਜ ਦੇ ਪ੍ਰਮੁੱਖ ਦੇ ਤੌਰ 'ਤੇ ਅਤੇ ਦੂਜਾ ਸੀਗਾ ਕੇਂਦਰ ਦੇ ਪ੍ਰਤੀਨਿਧੀ ਦੇ ਤੌਰ 'ਤੇ। ਭਾਵ ਇਹ ਦੋਹਰੀ ਠੀਕ ਹੈ, ਦੋਹਰੀ ਇਸ ਦੀ ਵਿਸ਼ੇਸ਼ਤਾ ਮਿਲਦੀ ਹੈ ਆਪਾਂ ਨੂੰ, ਦੋਹਰੀ ਭੂਮਿਕਾ ਇਹ ਨਿਭਾਉਂਦਾ ਹੈ।
ਦੋਹਰੀ ਭੂਮਿਕਾ ਦੇ ਵਿੱਚ ਹੁੰਦਾ। ਪਰ ਲੇਕਿਨ ਜੇਕਰ ਆਪਾਂ ਰਾਸ਼ਟਰਪਤੀ ਨੂੰ ਦੇਖੀਏ, ਰਾਸ਼ਟਰਪਤੀ ਇਕਹਿਰੀ ਭੂਮਿਕਾ ਨਿਭਾਉਂਦਾ, ਭਾਵ ਕੇਂਦਰ ਦੇ ਵਿੱਚ ਹੀ ਆ ਉਹ। ਉਸ ਤੋਂ ਬਾਅਦ ਰਾਜਪਾਲ ਦਾ ਲਗਭਗ ਜੇਕਰ ਆਪਾਂ ਦੇਖੀਏ 7ਵੀਂ ਜਿਹੜੀ ਸੋਧ ਹੋਈ ਸੀਗੀ 1956 ਦੇ ਵਿੱਚ, 7 ਨੰਬਰ ਜਿਹੜੀ ਸੋਧ ਹੋਈ ਸੀਗੀ 1956 ਦੇ ਵਿੱਚ, ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਜੇਕਰ ਮੰਨ ਲਓ ਗਵਰਨਰ, ਇੱਕ ਗਵਰਨਰ ਹੈ ਜਿਹੜਾ, ਇੱਕ ਗਵਰਨਰ ਜਾਂ ਇੱਕ ਰਾਜਪਾਲ, ਉਹ ਇੱਕ ਤੋਂ ਵੱਧ ਰਾਜਾਂ ਦਾ ਕੀ ਹੈ, ਉਹ ਰਾਜਪਾਲ ਹੋ ਸਕਦਾ ਹੈ। ਇਹ ਕਾਫੀ ਮਹੱਤਵਪੂਰਨ ਹੈ। 7ਵੀਂ ਜਿਹੜੀ ਕੰਸਟੀਟਿਊਸ਼ਨਲ ਅਮੈਂਡਮੈਂਟ ਹੈ ਉਸ ਦੇ ਵਿੱਚ ਇਹ ਗੱਲ ਸਾਫ਼ ਲਿਖੀ ਗਈ ਹੈ ਕਿ ਦੋ ਤੋਂ ਮਤਲਬ ਇੱਕ ਤੋਂ ਜਾਂ ਇੱਕ ਤੋਂ ਜ਼ਿਆਦਾ ਰਾਜਾਂ ਦਾ, ਦੋ ਜਾਂ ਦੋ ਤੋਂ ਵੱਧ ਰਾਜਾਂ ਦਾ ਵੀ ਯੋਗ ਰਾਜਪਾਲ ਹੋ ਸਕਦਾ ਹੈ। ਫਿਰ ਆਪਾਂ ਦੇਖਦੇ ਹਾਂ ਇਸ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ। ਨਿਯੁਕਤੀ ਦੇ ਲਈ ਕੋਈ ਚੋਣ ਇੱਥੇ ਨਹੀਂ ਕੀਤੀ ਗਈ, ਚੋਣ ਪ੍ਰਣਾਲੀ ਕੋਈ ਹੈ ਨਹੀਂ, ਜਾਂ ਵੋਟਾਂ ਨਹੀਂ ਪੈਣੀਆਂ, ਕੋਈ ਕਿਸੇ ਨੇ ਵੋਟ ਨਹੀਂ ਕਰਨੀ। ਸਿਰਫ ਕੀ ਹੈ, ਰਾਸ਼ਟਰਪਤੀ ਦਾ ਆਗਿਆ ਪੱਤਰ ਹੁੰਦਾ ਹੈ। ਰਾਸ਼ਟਰਪਤੀ ਦੇ ਆਗਿਆ ਪੱਤਰ ਦੇ ਨਾਲ ਇਸ ਨੂੰ ਜਿਹੜਾ ਅਪੋਇੰਟ ਕੀਤਾ ਜਾਂਦਾ ਹੈ ਨਾ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਵਾਰੰਟ ਆਰਡਰ, ਉਸ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਵਾਰੰਟ ਆਰਡਰ। ਵਾਰੰਟ ਆਰਡਰ ਦੇ ਨਾਲ ਕੀ ਹੈ, ਇਹ ਨਿਯੁਕਤ ਕੀਤਾ ਜਾਂਦਾ ਰਾਜਪਾਲ ਦੀ, ਜਦੋਂ ਆਪਾਂ ਗੱਲ ਕਰਦੇ ਹਾਂ। ਫਿਰ ਲਗਭਗ 1979 ਦੇ ਵਿੱਚ ਰਾਜਾਂ ਦੇ ਵਿੱਚ ਰਾਜਪਾਲ ਦਾ ਜਿਹੜਾ ਕਾਰਿਆਲਾ ਕੇਂਦਰ ਦੇ ਸਰਕਾਰ ਦੇ ਅਧੀਨ ਕੋਈ ਰੋਜ਼ਗਾਰ ਨਹੀਂ ਸੀਗਾ, ਹੈ ਨਾ। ਇੱਥੇ ਜੇਕਰ ਆਪਾਂ ਦੇਖੀਏ 1979 ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਜਿਹੜਾ ਰਾਜਪਾਲ ਹੈਗਾ ਉਹ ਕੋਈ ਰੁਜ਼ਗਾਰ ਨਹੀਂ ਹੈਗਾ, ਇਹ ਇੱਕ ਸੁਤੰਤਰ ਕੀ ਹੈ, ਸੁਤੰਤਰ ਸੰਵਿਧਾਨਿਕ ਪਦ ਹੈਗਾ। ਭਾਵ ਇੱਥੇ ਕੀ ਹੈ, ਇਸ ਨੂੰ ਰੁਜ਼ਗਾਰ ਨਹੀਂ ਕਹਿ ਸਕਦੇ, ਭਾਵ ਇਹ ਕੇਂਦਰ ਸਰਕਾਰ ਦੇ ਅਧੀਨਸਥ ਨਹੀਂ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬੇਸ਼ੱਕ ਉਸ ਦੀ ਅਪੋਇੰਟਮੈਂਟ ਕੇਂਦਰ ਸਰਕਾਰ ਦੇ ਹੱਥੋਂ ਹੁੰਦੀ ਹੈ, ਉੱਥੋਂ ਆਪਾਂ ਨੂੰ ਲੱਗਦਾ, ਪਰ ਇੱਥੇ ਨਹੀਂ ਕਹਿ ਸਕਦੇ ਉਹ ਬਿਲਕੁਲ ਉਸ ਦੇ ਅਧੀਨ ਹੈ ਜਾਂ ਉਸ ਦੇ ਅਧੀਨ ਰਹਿ ਕੇ ਹੀ ਕੰਮ ਕਰੇਗਾ। ਇਹ ਕਾਫੀ ਮਹੱਤਵਪੂਰਨ ਹੈ ਨਾ। ਹੁਣ ਇੱਥੇ ਕਹਿ ਸਕਦੇ ਹਾਂ ਆਪਾਂ ਨੋਟ ਅੰਡਰ ਦਾ ਕੰਟਰੋਲ ਆਫ ਸੈਂਟਰਲ ਗੌਰਮੈਂਟ, ਨੋਟ ਅੰਡਰ ਦਾ ਕੰਟਰੋਲ ਆਫ ਸੈਂਟਰਲ ਗੌਰਮੈਂਟ। ਇਹ ਕਾਫੀ ਮਹੱਤਵਪੂਰਨ ਜਿਹੜੀ ਆਪਾਂ ਲਈ ਜਿਹੜੀ ਚੀਜ਼ ਹੈ ਸਾਬਿਤ ਹੋ ਸਕਦੀ ਹੈ ਜੇਕਰ ਕਈ ਵਾਰ ਪੇਪਰਾਂ ਦੇ ਵਿੱਚ ਕਨਸੈਪਚੁਅਲ ਕੁਐਸਚਨ ਜਦੋਂ ਆਉਂਦੇ ਨੇਗੇ ਰਾਜਪਾਲ ਤੋਂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਰਾਜਪਾਲ ਦਾ ਜਿਹੜਾ ਨਿਰਵਾਚਨ ਰਾਜਾਂ ਦੇ ਦੁਆਰਾ ਸਿੱਧਾ ਨਹੀਂ ਕੀਤਾ ਜਾਂਦਾ, ਜਾਂ ਕੋਈ ਚੋਣ ਦੀ ਵਿਵਸਥਾ ਇੱਥੇ ਨਹੀਂ ਹੈਗੀ। ਇਹ ਰਾਜ ਦਾ ਸਿਰਫ ਇੱਕ ਸੰਵਿਧਾਨਿਕ ਪ੍ਰਮੁੱਖ ਦੇ ਤੌਰ 'ਤੇ ਹੁੰਦਾ ਹੈ। ਇਸ ਦੇ ਲਈ ਕੀ ਹੈ, ਜਿਹੜਾ ਚੋਣ ਹੈ ਕਾਫੀ, ਫਿਰ ਉਹ ਆਪਾਂ ਨੂੰ ਇਹੀ ਪਤਾ ਹੈ ਵੀ ਜੇਕਰ ਇਹਦਾ ਚੋਣ ਕਰਵਾਇਆ ਜਾਊਗਾ ਤਾਂ ਕਾਫੀ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਸਟੇਟਾਂ ਦੇ ਵਿੱਚ, ਚਾਹੇ CM ਦੇ ਨਾਲ, ਕਿਉਂਕਿ ਜੇਕਰ ਰਾਜਪਾਲ ਦੀ ਚੋਣ ਹੁੰਦੀ ਹੈ ਤਾਂ ਰਾਜਪਾਲ ਦੇ ਕੋਲ ਕੀ ਹੈ, ਪਾਵਰ ਅਲੱਗ ਆ ਜਾਏਗੀ ਕਿ ਲੋਕਾਂ ਨੇ ਵੀ ਉਸ ਨੂੰ ਅਪੋਇੰਟ ਕੀਤਾ ਹੈ ਜਾਂ ਉਸ ਨੂੰ ਚੁਣਿਆ ਗਿਆ। ਤਾਂ ਇਹ ਕਾਫੀ ਮਹੱਤਵਪੂਰਨ, ਇਸ ਨੂੰ ਹਟਾਉਣਾ ਜੇਕਰ ਕਾਫੀ ਔਖਾ ਹੋ ਜਾਊਗਾ। ਪਰ ਲੇਕਿਨ ਜੇਕਰ ਅੱਜ ਦੇ ਸਮੇਂ ਦੇ ਵਿੱਚ ਦੇਖੀਏ, ਰਾਜਪਾਲ ਨੂੰ ਸਿਰਫ ਰਾਸ਼ਟਰਪਤੀ ਕਦੇ ਵੀ ਬੁਲਾ ਸਕਦਾ ਹੈ, ਰਾਸ਼ਟਰਪਤੀ ਆਪਾਂ ਨੂੰ ਪਤਾ ਹੈ ਕਿ ਹਰੇਕ ਕੰਮ ਕਿਸ ਦੀ ਸਲਾਹ ਦੇ ਨਾਲ ਕਰਦਾ ਹੈ, ਕੇਂਦਰ ਦੀ ਜਿਹੜੇ ਮੰਤਰੀ ਮੰਡਲ ਹੈ ਉਸ ਦੀ ਸਲਾਹ ਦੇ ਨਾਲ ਸਾਰੇ ਕੰਮ ਕਰਦਾ ਹੈ। ਅਤੇ ਜਿਵੇਂ ਕਿ ਮੰਤਰੀ ਮੰਡਲ ਕਹੇਗਾ, ਜਿਸ ਨੂੰ ਕਹੇਗਾ ਉਸ ਨੂੰ ਰਾਜਪਾਲ ਹੈ ਰਾਸ਼ਟਰਪਤੀ ਦੁਆਰਾ ਕੀ ਹੈ ਅਪੋਇੰਟ ਕੀਤਾ ਜਾਊਗਾ। ਹੁਣ ਜਿਹੜੀ ਆਉਂਦੀ ਹੈ ਗੱਲ ਯੋਗਤਾਵਾਂ ਦੇ ਵਿੱਚ ਆਪਣੇ ਕੋਲ ਕੀ ਕੁਛ ਦੇਖਣ ਨੂੰ ਮਿਲਦਾ ਜੇਕਰ ਆਪਾਂ ਗਵਰਨਰ ਦੀ ਗੱਲ ਕਰੀਏ। ਉਹੀ ਹੈ, ਸਿੰਪਲ ਜਿਹੀਆਂ ਗੱਲਾਂ ਨੇ ਕਿ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, 35 ਸਾਲ ਇਸ ਦੀ ਉਮਰ ਹੋਣੀ ਚਾਹੀਦੀ ਹੈ। ਅਤੇ ਹੁਣ ਕੀ ਹੈ, ਜਿਸ ਰਾਜ ਦਾ ਗਵਰਨਰ ਉਸ ਨੂੰ ਨਿਯੁਕਤ ਕੀਤਾ ਜਾਂਦਾ ਉਸ ਰਾਜ ਦਾ ਨਹੀਂ ਹੋਣਾ ਚਾਹੀਦਾ, ਭਾਵ ਰਾਜ ਤੋਂ ਬਾਹਰਲਾ ਵਿਅਕਤੀ ਹੋਣਾ ਚਾਹੀਦਾ, ਹੈ ਜਿਹੜਾ ਹੋਣਾ ਚਾਹੀਦਾ। ਭਾਵ ਕਈ ਵਾਰ ਇੱਥੇ ਪ੍ਰਸ਼ਨ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ, ਕਿਸ ਸੰਵਿਧਾਨਿਕ ਪਦਵੀ ਦੇ ਲਈ ਠੀਕ ਹੈ ਸਟੇਟ ਦਾ ਡੋਮੀਸਾਈਲ ਨਹੀਂ ਚਾਹੀਦਾ। ਸਟੇਟ ਦਾ ਡੋਮੀਸਾਈਲ, ਹੁਣ ਜੇਕਰ ਤੁਸੀਂ ਗਵਰਨਰ ਬਣਨਾ ਹੈ ਤਾਂ ਤੁਹਾਨੂੰ ਪੰਜਾਬ ਦੇ ਡੋਮੀਸਾਈਲ ਦੀ ਜ਼ਰੂਰਤ ਨਹੀਂ ਹੈਗੀ, ਭਾਵ ਤੁਹਾਡੇ ਕੋਲ ਕਿਸੇ ਹੋਰ ਸਟੇਟ ਦਾ ਡੋਮੀਸਾਈਲ ਹੋਣਾ ਚਾਹੀਦਾ ਜਦ ਤੁਸੀਂ ਪੰਜਾਬ ਦਾ ਕੀ ਹੈ ਗਵਰਨਰ ਚੁਣੇ ਜਾ ਸਕਦੇ ਹੋ। ਹੁਣ ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਲਗਭਗ ਸਥਾਨਕ ਰਾਜਨੀਤੀ ਤੋਂ ਮੁਕਤ ਹੋਣਾ ਚਾਹੀਦਾ ਹੈ, ਲਾਭ ਦੇ ਪਦ 'ਤੇ ਨਹੀਂ ਹੋਣਾ ਚਾਹੀਦਾ, ਜੇਕਰ ਹੁੰਦਾ ਹੈ ਤਾਂ ਉਸ ਨੂੰ ਉੱਥੇ ਕੀ ਹੈ ਅਸਤੀਫਾ ਦੇਣਾ ਪਊਗਾ। ਪਰ ਲਗਭਗ ਰਾਜਾਂ ਦੇ ਮੁੱਖ ਮੰਤਰੀ ਦੇ ਨਾਲ ਪਰਾਮਰਸ਼ ਕਰਕੇ ਕਿਸੇ ਨੂੰ ਜਿਹੜਾ ਹੈ ਨਿਯੁਕਤ ਕੀਤਾ ਜਾਂਦਾ, ਪਰ ਲੇਕਿਨ ਇਹ ਆਵਸ਼ਕ ਨਹੀਂ ਹੈਗਾ, ਜ਼ਰੂਰਤ ਨਹੀਂ ਹੈਗੀ
ਕੇਂਦਰ ਸਰਕਾਰ ਨੂੰ ਕਿ ਉਹ ਰਾਜਾਂ ਦੇ ਨਾਲ ਕੀ ਹੈ ਗੱਲਬਾਤ ਕਰੇ। ਪਰ ਲੇਕਿਨ ਫਿਰ ਵੀ ਆਪਾਂ ਕਹਿ ਲਈਏ ਫੋਰਮੈਲਿਟੀ ਦੇ ਤੌਰ 'ਤੇ ਇਹੋ ਜਿਹੀਆਂ ਕਹਾਣੀਆਂ ਜ਼ਰੂਰ ਰਚੀਆਂ ਜਾਂਦੀਆਂ ਨੇ। ਫਿਰ ਆਪਾਂ ਦੇਖਦੇ ਹਾਂ ਸ਼ਰਤਾਂ ਦੇ ਵਿੱਚ ਕੀ ਕੁਛ ਹੈ। ਲਗਭਗ ਉਹ ਕਿਸੇ ਵੀ ਦਾ ਵੀ ਮੈਂਬਰ ਨਹੀਂ ਹੋਣਾ ਚਾਹੀਦਾ, ਚਾਹੇ ਆਪਾਂ ਸੰਸਦ ਦੀ ਗੱਲ ਕਰੀਏ, ਚਾਹੇ ਵਿਧਾਨ ਸਭਾ ਦੀ ਗੱਲ ਕਰੀਏ ਜਾਂ ਵਿਧਾਨ ਪਰਿਸ਼ਦ ਦੀ ਗੱਲ ਕਰੀਏ। ਹੁਣ ਇੱਥੇ ਉਹੀ ਹੈ ਵੀ ਇਹ ਕਿਸੇ ਵੀ ਇੱਥੋਂ ਜਿਹੜਾ ਹੈ ਪਾਰਟੀ ਦਾ ਉਹ ਨਹੀਂ ਹੋਣਾ ਚਾਹੀਦਾ। ਜਾਂ ਵਿਧਾਨ ਪਰਿਸ਼ਦ ਦੀ ਗੱਲ ਕਰੀਏ, ਕਿਉਂਕਿ ਕੁਛ ਸਟੇਟਾਂ ਦੇ ਵਿੱਚ ਵਿਧਾਨ ਪਰਿਸ਼ਦ ਵੀ ਹੈਗੀ ਹੈ, ਕਾਫੀ ਮਹੱਤਵਪੂਰਨ ਹੈ ਜਿਹੜਾ ਸਾਡੇ ਲਈ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਗੱਲ ਹੈ ਲਾਭ ਦੇ ਪਦ 'ਤੇ ਇਹ ਨਹੀਂ ਹੋਣਾ ਚਾਹੀਦਾ। ਲਾਭ ਦੇ ਪਦ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਲਾਭ ਦਾ ਪਦ ਜਿਹੜਾ ਹੁੰਦਾ ਹੈ ਉਸ ਦੇ ਉੱਪਰ ਇਹ ਨਹੀਂ ਹੋਣਾ ਚਾਹੀਦਾ। ਕਾਰਜਕਾਲ ਦੇ ਦੌਰਾਨ ਆਰਥਿਕ ਜਿਹੜੀਆਂ ਉਪਲਬਧੀਆਂ ਅਤੇ ਭੱਤਿਆਂ ਨੂੰ ਜਾਂ ਤਨਖਾਹਾਂ ਨੂੰ ਉਸ 'ਤੇ ਘੱਟ ਨਹੀਂ ਕੀਤਾ ਜਾ ਸਕਦਾ। ਇੱਥੇ ਸਿੱਧੀ ਜਿਹੀ ਗੱਲ ਹੈ, ਤਨਖਾਹਾਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਊਗੀ। ਆਪਾਂ ਵਾਰ-ਵਾਰ ਗੱਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਹੈ ਸੰਚਿਤ ਨਿਧੀ ਤੋਂ ਜਿਹੜੀ ਇਹਨਾਂ ਦੀ ਤਨਖਾਹ ਬਣਦੀ ਹੈ, ਸੰਚਿਤ ਨਿਧੀ ਤੋਂ ਇਹਨਾਂ ਦੀ ਤਨਖਾਹ ਬਣਦੀ ਹੈ। ਜਿਨ੍ਹਾਂ ਦੀ ਸੰਚਿਤ ਨਿਧੀ ਤੋਂ ਤਨਖਾਹ ਬਣਦੀ ਹੈ ਉਹਨਾਂ ਦੇ ਠੀਕ ਹੈ ਘਟਾਉਣ ਦੇ ਬਾਰੇ ਫੈਸਲਾ ਜਿਹੜਾ ਸੰਸਦ ਦੇ ਵਿੱਚ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਨਹੀਂ ਕੀਤਾ ਜਾ ਸਕਦਾ। ਹਾਂ, ਜਦੋਂ ਨਹੀਂ ਹੈਗਾ ਉਸ ਤੋਂ ਬਾਅਦ ਅਗਲੀ ਜਿਹੜੀ ਟਰਮ ਹੋਊਗੀ ਉਸ ਦੇ ਲਈ ਕੁਝ ਰੂਲ ਹੈ ਸੰਸਦ ਦੁਆਰਾ ਪਾਸ ਕੀਤੇ ਜਾ ਸਕਦੇ ਆ। ਤਨਖਾਹਾਂ ਘਟਾਈਆਂ ਜਾ ਸਕਦੀਆਂ ਨੇ, ਤਨਖਾਹਾਂ ਵਧਾਈਆਂ ਜਾ ਸਕਦੀਆਂ ਨੇ। ਸਾਰੀਆਂ ਪਾਵਰ ਕਿਹਦੇ ਕੋਲ ਨੇ? ਸੰਸਦ ਕੋਲ ਨੇ। ਅਤੇ ਜੇਕਰ ਆਪਾਂ ਗੱਲ ਕਰੀਏ 2018 ਦੀ, ਤਾਂ 2018 ਦੇ ਵਿੱਚ ਜਿਹੜੀ ਤਨਖਾਹ ਸੀਗੀ 1,10,000 ਰੁਪਏ ਸੀਗੀ, ਪਰ ਲੇਕਿਨ ਇੱਥੇ ਵੱਧ ਕੇ 3.5 ਲੱਖ ਰੁਪਏ ਜਿਹੜੀ ਹੈ ਪ੍ਰੈਜੈਂਟ ਟਾਈਮ ਦੇ ਵਿੱਚ ਆਪਾਂ ਤਨਖਾਹ ਦੇਖਦੇ ਹਾਂ 2018 ਤੋਂ ਬਾਅਦ। ਅਤੇ ਫਿਰ ਲਗਭਗ ਰਾਜਪਾਲ ਨੂੰ ਵੀ ਕਾਫੀ ਸਾਰੇ ਅਧਿਕਾਰ ਹੁੰਦੇ ਨੇ ਕਿ ਜੇਕਰ ਆਪਾਂ ਦੇਖੀਏ ਇੱਥੇ ਥੋੜ੍ਹਾ ਜਿਹਾ ਰਾਸ਼ਟਰਪਤੀ ਤੋਂ ਜ਼ਿਆਦਾ ਤਾਕਤਵਰ ਰੂਪ ਦੇ ਵਿੱਚ ਆਪਾਂ ਨੂੰ ਇੱਕ ਤੌਰ ਤੋਂ ਰਾਜਪਾਲ ਨਜ਼ਰ ਆਉਂਦਾ ਹੈ ਵਿਵੇਕ ਦੀ ਜਦੋਂ ਉਹ ਵਰਤੋਂ ਕਰਦਾ ਹੈ, ਕਿਉਂਕਿ ਰਾਸ਼ਟਰਪਤੀ ਆਪ ਦੇ ਵਿਵੇਕ ਦੀ ਵਰਤੋਂ ਨਹੀਂ ਕਰ ਸਕਦਾ, ਉਸ ਨੂੰ ਮੰਤਰੀ ਮੰਡਲ ਦੀਆਂ ਸਲਾਹਾਂ ਮੰਨਣੀਆਂ ਪੈਂਦੀਆਂ ਨੇ। ਹੁਣ ਇੱਥੇ ਇੱਕ ਚੀਜ਼ ਆ ਜਾਂਦੀ ਹੈ, ਮੰਨ ਲਓ ਕੋਈ ਕਿਸੇ ਬਿੱਲ 'ਤੇ ਰਾਜਪਾਲ ਨੂੰ ਲੱਗਦਾ ਕਿ ਉਹ ਰਾਸ਼ਟਰਪਤੀ ਨੂੰ ਟਰਾਂਸਫਰ ਕੀਤਾ ਜਾਣਾ ਚਾਹੀਦਾ। ਜੇਕਰ ਟਰਾਂਸਫਰ ਇਹ ਆਪ ਦੇ ਵਿਵੇਕ ਦੇ ਆਧਾਰ 'ਤੇ ਕਿ ਉਹ ਰਾਸ਼ਟਰਪਤੀ ਨੂੰ ਟਰਾਂਸਫਰ ਕਰ ਸਕਦਾ ਹੈ, ਅਤੇ ਰਾਸ਼ਟਰਪਤੀ ਜੇਕਰ ਰਾਜ ਵਿਧਾਨ ਮੰਡਲ ਦੀਆਂ ਗੱਲਾਂ ਮੰਨਣ ਦੇ ਲਈ ਜਿਹੜਾ ਹੈ ਬਾਧਿਤ ਨਹੀਂ ਹੈਗਾ, ਭਾਵ ਉਸ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਵੀ ਤੁਸੀਂ ਕੀ ਇਸ ਦੇ ਉੱਪਰ ਸਹਿਮਤੀ ਦਿਓ, ਵੀ ਜਸਟ ਕੀ ਹੈ ਮਨੀ ਬਿੱਲ ਉਹ ਨਹੀਂ ਹੋਣਾ ਚਾਹੀਦਾ, ਮਨੀ ਬਿੱਲ ਨਹੀਂ ਹੋਣਾ ਚਾਹੀਦਾ। ਇੱਥੇ ਥੋੜ੍ਹੀ ਜਿਹੀ ਧਿਆਨ ਦੇਣੀ ਹੋਊਗੀ ਗੱਲ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਾਰਜਭਾਰ ਗ੍ਰਹਿਣ ਕਰਨ ਤੋਂ ਬਾਅਦ ਜਿਹੜੀ ਸਹੁੰ ਜਿਹੜੀ ਚੁਕਾਈ ਜਾਂਦੀ ਹੈ ਉਹ ਜਿਹੜਾ ਹਾਈ ਕੋਰਟ ਦਾ ਜਿਹੜਾ ਜੱਜ ਹੁੰਦਾ ਹੈ, ਹਾਈ ਕੋਰਟ ਦਾ ਜਿਹੜਾ ਜੱਜ ਹੁੰਦਾ ਹੈ ਉਹ ਇਸ ਨੂੰ ਸਹੁੰ ਚੁਕਾਉਂਦਾ। ਇਹ ਕਾਫੀ ਮਹੱਤਵਪੂਰਨ ਚੀਜ਼ ਹੈ। ਹਾਈ ਕੋਰਟ ਦੇ ਜੱਜ ਦੁਆਰਾ ਰਾਜਪਾਲ ਨੂੰ ਸਹੁੰ ਚੁਕਵਾਈ ਜਾਂਦੀ ਹੈ। ਜੇਕਰ ਉਹ ਨਹੀਂ ਹੈਗਾ ਤਾਂ ਜਿਹੜਾ ਸੀਨੀਅਰ ਜੱਜ ਹੈ ਹਾਈ ਕੋਰਟ ਦਾ ਉਹ ਇਸ ਨੂੰ ਜਿਹੜੀ ਹੈ ਸਹੁੰ ਚੁਕਵਾਏਗਾ। ਆਪਾਂ ਨੂੰ ਪਤਾ ਟਾਈਮ ਪੀਰੀਅਡ 5 ਸਾਲ ਹੈ, ਇਸ ਤੋਂ ਪਹਿਲਾਂ ਵੀ ਤਿਆਗ ਪੱਤਰ ਦਿੱਤਾ ਜਾ ਸਕਦਾ ਹੈ। ਪਰ ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ, ਰਾਸ਼ਟਰਪਤੀ ਲਗਭਗ ਉੱਚ ਨਿਆਂਲੈ ਨੇ ਵਿਵਸਥਾ ਕੀਤੀ ਹੈ ਕਿ ਰਾਜਪਾਲ ਦੇ ਉੱਪਰ ਰਾਸ਼ਟਰਪਤੀ ਪ੍ਰਸਾਦ ਪ੍ਰਾਪਤ ਦਾ ਮਾਮਲਾ ਜਿਹੜਾ ਨਿਆਂਪੂਰਨ ਨਹੀਂ ਹੈ। ਰਾਜਪਾਲ ਦੇ ਕੋਲ ਨਾ ਤਾਂ ਕਾਰਜਕਾਲ ਦੀ ਸੁਰੱਖਿਆ ਹੈਗੀ ਹੈ, ਨਾ ਹੀ ਕਾਰਜਕਾਲ ਦੀ ਨਿਸ਼ਚਿਤਤਾ ਹੈਗੀ ਹੈ। ਰਾਸ਼ਟਰਪਤੀ ਉਸ ਨੂੰ ਜਦੋਂ ਚਾਹੇ ਉਸ ਨੂੰ ਬੁਲਾ ਸਕਦਾ ਹੈ, ਅਤੇ ਇਹੋ ਜਿਹਾ ਕੋਈ ਹਾਲੇ ਤੱਕ ਕਾਨੂੰਨ ਨਹੀਂ ਬਣਾਇਆ ਗਿਆ ਜਿਸ ਦੇ ਤਹਿਤ ਕਿ ਰਾਸ਼ਟਰਪਤੀ ਰਾਜਪਾਲ ਨੂੰ ਹਟਾ ਦੇਵੇ। ਕਿਉਂਕਿ ਆਪਾਂ ਦੇਖਦੇ ਹਾਂ 1999 ਦੇ ਵਿੱਚ ਜਦੋਂ ਸੰਯੁਕਤ ਮੋਰਚਾ ਦੀ ਸਰਕਾਰ ਬਣੀ ਤਾਂ VP ਸਿੰਘ ਉਸ ਸਮੇਂ ਪ੍ਰਧਾਨ ਮੰਤਰੀ ਸੀਗੇ। ਉਹਨਾਂ ਨੇ ਕਾਫੀ ਸਾਰੇ ਰਾਜਪਾਲਾਂ ਦਾ ਕੀ ਸੀਗਾ ਆਪ ਦਾ ਉਹ ਕਰ ਲਿਆ ਸੀਗਾ, ਜਿਹੜੇ ਅਸਤੀਫੇ ਲੈ ਲਏ ਸੀਗੇ। ਉਸ ਤੋਂ ਬਾਅਦ ਫਿਰ ਇਹੀ ਕਹਾਣੀ 1991 ਦੇ ਵਿੱਚ ਰਿਪੀਟ ਹੋਈ ਜਦੋਂ ਸਰਕਾਰ ਬਣਦੀ ਹੈ ਨਰਸਿਮਹਾ ਰਾਓ ਦੀ, PV ਨਰਸਿਮਹਾ ਰਾਓ ਦੀ, ਅਤੇ ਕਾਂਗਰਸ ਦੀ ਸਰਕਾਰ ਬਣੀ ਤਾਂ ਇਹਨਾਂ ਨੇ ਲਗਭਗ VP ਸਿੰਘ ਅਤੇ ਚੰਦਰ ਸ਼ੇਖਰ ਸਰਕਾਰ ਨੇ ਜਿੰਨੇ ਵੀ ਰਾਜਪਾਲ ਨਿਯੁਕਤ ਕੀਤੇ ਸੀਗੇ 14-15 ਉਹਨਾਂ ਸਭ ਨੂੰ ਹਟਾ ਦਿੱਤਾ ਸੀਗਾ। ਅਤੇ ਆਪ ਦੇ ਹੁਣ ਇੱਥੇ ਕੀ ਹੈ ਵੀ ਜਿਹੜਾ ਰਾਜਪਾਲ ਦੀ ਨਿਯੁਕਤੀ ਹੈ ਉਹ ਵੀ ਕਿਤੇ ਨਾ ਕਿਤੇ ਮੰਤਰੀ ਮੰਡਲ ਅਤੇ ਦੀ ਸਲਾਹ ਨਾਲ ਰਾਸ਼ਟਰਪਤੀ ਜਿਹੜਾ ਕਰਦਾ ਹੈ, ਅਤੇ ਉਹਨਾਂ ਦੀ ਸਿਫਾਰਿਸ਼ ਦੇ ਨਾਲ ਵੀ ਇਹ ਇਹਨਾਂ ਨੂੰ ਵਾਪਸ ਬੁਲਾ ਸਕਦਾ ਹੈ। ਪਰ ਉਸ ਤੋਂ ਬਾਅਦ ਲਗਭਗ ਕਾਫੀ ਮਹੱਤਵਪੂਰਨ ਚੀਜ਼ਾਂ ਇੱਥੇ ਆ ਜਾਂਦੀਆਂ ਨੇ। ਰਾਜਪਾਲ ਦੀਆਂ ਸ਼ਕਤੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਾਰਜਕਾਰੀ ਸ਼ਕਤੀਆਂ ਇਸ ਦੇ ਕੋਲ ਹੈਗੀਆਂ ਨੇ, ਵਿਧਾਨਕ ਸ਼ਕਤੀਆਂ ਹੈਗੀਆਂ ਨੇ, ਵਿੱਤੀ ਸ਼ਕਤੀਆਂ ਹੈਗੀਆਂ ਨੇ, ਨਿਆਇਕ ਸ਼ਕਤੀਆਂ ਹੈਗੀਆਂ ਨੇ। ਜਦੋਂ ਆਪਾਂ ਵਿਧਾਨਕ ਸ਼ਕਤੀਆਂ ਦੀ ਗੱਲ ਕਰਦੇ ਹਾਂ ਕਾਫੀ ਮਹੱਤਵਪੂਰਨ ਇੱਥੇ ਆ ਜਾਂਦਾ ਹੈ ਵਿਧਾਨਕ ਭਾਵ ਲੈਜਿਸਲੇਟਿਵ ਜਿਹੜੀਆਂ ਪਾਵਰ ਹੁੰਦੀਆਂ ਨੇ ਇਹਦੇ ਕੋਲ।
ਉਹਨਾਂ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਕੀ ਕੁਛ ਹੁੰਦਾ ਵੀ ਜਿਹੜਾ ਸਦਨ ਹੁੰਦਾ, ਜਿਹੜਾ ਸੈਸ਼ਨ ਹੁੰਦਾ ਹੈ ਨਾ, ਸਦਨ ਜਾਂ ਸੈਸ਼ਨ ਦੀ ਬੈਠਕ ਬੁਲਾਉਣਾ ਅਤੇ ਉਸ ਨੂੰ ਖਤਮ ਕਰਨਾ, ਬੁਲਾਉਣਾ ਅਤੇ ਉਸ ਨੂੰ ਖਤਮ ਕਰਨਾ। ਬੁਲਾਊਗਾ ਵੀ ਇਹ ਅਤੇ ਖਤਮ ਵੀ ਕੌਣ ਕਰੇਗਾ? ਰਾਜਪਾਲ ਹੀ ਕਰੇਗਾ। ਉਸ ਤੋਂ ਬਾਅਦ ਵਿਧਾਨ ਮੰਡਲ ਦੇ ਵਿੱਚ ਚੋਣ ਤੋਂ ਕੁਛ ਜਿਹੜਾ ਲਗਭਗ ਪਹਿਲਾ ਹੈ ਨਾ ਪ੍ਰਤੀਕ ਹਰ ਸਾਲ ਇੱਕ ਚੋਣ ਤੋਂ ਬਾਅਦ ਹੈ ਨਾ ਪਹਿਲਾ ਜਿਹੜਾ ਹੁੰਦਾ ਗਾ ਸੰਬੋਧਨ ਹੈ, ਅਤੇ ਹਰ ਸਾਲ ਪਹਿਲਾ ਸੰਬੋਧਨ ਰਾਜਪਾਲ ਕਰਦਾ। ਇਸੇ ਤਰ੍ਹਾਂ ਰਾਸ਼ਟਰਪਤੀ ਸੰਸਦ ਦੇ ਵਿੱਚ ਕਰਦਾ ਅਤੇ ਵਿਧਾਨ ਸਭਾ ਦੇ ਵਿੱਚ ਰਾਜਪਾਲ ਦੁਆਰਾ ਕੀਤਾ ਜਾਂਦਾ ਹੈ। ਠੀਕ ਹੈ, ਲਗਭਗ ਜਦੋਂ ਸਪੀਕਰ ਅਤੇ ਉਪ ਸਪੀਕਰ ਦੇ ਪਦ ਖਾਲੀ ਹੋਣ ਤਾਂ ਕਿਸੇ ਵੀ ਬੰਦੇ ਨੂੰ ਮੈਂਬਰ ਨੂੰ ਕਾਰਜਕਾਰੀ ਤੌਰ 'ਤੇ ਜਿਹੜਾ ਹੈ ਨਿਯੁਕਤ ਕਰ ਸਕਦਾ ਹੈ। ਉਹ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ, ਲਗਭਗ ਜੇਕਰ ਵਿਧਾਨ ਪ੍ਰੀਸ਼ਦ ਜਿਨ੍ਹਾਂ ਰਾਜਾਂ ਦੇ ਵਿੱਚ ਹੈਗੀ ਹੈ ਉਸ ਦੇ ਵਿਧਾਨ ਪ੍ਰੀਸ਼ਦ ਜਿਨ੍ਹਾਂ ਰਾਜਾਂ ਦੇ ਵਿੱਚ ਹੈਗੀ ਹੈ ਉੱਥੋਂ 1/6 ਭਾਗ ਹੈ ਲਗਭਗ 1/6 ਭਾਗ ਹੈ ਜਿਹੜਾ ਲਗਭਗ ਉਹ ਅਪੋਇੰਟ ਕਰ ਸਕਦਾ ਹੈ ਕੁੱਲ ਮੈਂਬਰਾਂ ਦਾ ਵਿਧਾਨ ਪ੍ਰੀਸ਼ਦ 'ਤੇ। ਇਹ ਇੱਥੇ ਕਾਫੀ ਮਹੱਤਵਪੂਰਨ ਚੀਜ਼ਾਂ ਹੋ ਜਾਂਦੀਆਂ ਨੇ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਵੀ ਜਾਂ ਕੁਛ ਕਾਨੂੰਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਸਕਿਆ। ਜੇਕਰ ਵਿਧਾਨਕ ਦੇ ਵਿੱਚ ਗੱਲ ਕਰੀਏ, ਕਾਨੂੰਨੀ ਲੈਜਿਸਲੇਟਿਵ ਪਾਵਰ ਦੇ ਵਿੱਚ ਕਾਨੂੰਨ ਨੇਗੇ ਕੁਝ ਰਾਸ਼ਟਰਪਤੀ ਨੂੰ ਹੈ ਇਹ ਟਰਾਂਸਫਰ ਕਰ ਸਕਦਾ ਅਤੇ ਉੱਥੇ ਕੀ ਹੈ ਰਾਸ਼ਟਰਪਤੀ ਜ਼ਰੂਰੀ ਨਹੀਂ ਹੈਗਾ ਕਿ ਆਪ ਦੀ ਉਹਨਾਂ ਦੇ ਉੱਪਰ ਸਹਿਮਤੀ ਦੇਵੇ ਜਾਂ ਅਸੈਂਟ ਆਪ ਦੀ ਰਾਸ਼ਟਰਪਤੀ ਪ੍ਰਦਾਨ ਕਰੇ। ਕਾਫੀ ਮਹੱਤਵਪੂਰਨ ਜਿਹੜੀ ਚੀਜ਼ ਹੈ ਇੱਥੇ ਹੋ ਜਾਂਦੀ ਹੈ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਵੀ ਰਾਜਪਾਲ ਕੋਲ ਕੁਝ ਕਾਰਜਕਾਰੀ ਸ਼ਕਤੀਆਂ ਹੈਗੀਆਂ ਨੇ। ਜਦੋਂ ਕਾਰਜਕਾਰੀ ਸ਼ਕਤੀਆਂ ਦੀ ਗੱਲ ਕਰਦੇ ਹਾਂ ਤਾਂ ਕਾਫੀ ਮਹੱਤਵਪੂਰਨ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਇੱਕ ਤਾਂ ਸਭ ਤੋਂ ਪਹਿਲਾਂ ਕੀ ਹੈ, ਜਿੰਨੇ ਵੀ ਕੰਮ ਹੁੰਦੇ ਨੇਗੇ ਉਹ ਸਾਰੇ ਉਪਚਾਰਿਕ ਰੂਪ ਦੇ ਵਿੱਚ ਕਿਸ ਦੇ ਨਾਮ 'ਤੇ ਹੈ ਜਾਂ ਨੋਰਮਲੀ ਕਿਸ ਦੇ ਨਾਮ ਦੇ ਉੱਪਰ ਹੁੰਦੇ ਨੇਗੇ? ਰਾਜਪਾਲ ਦੇ ਨਾਮ ਦੇ ਉੱਪਰ ਸਟੇਟ ਦੁਆਰਾ ਕੀਤੇ ਜਾਂਦੇ ਨੇਗੇ। ਅਤੇ ਇਸ ਤਰ੍ਹਾਂ ਦੇ ਕੋਈ ਉਹ ਨਿਯਮ ਬਣਾ ਸਕਦਾ ਹੈ ਰਾਜਪਾਲ ਵੀ ਉਸ ਦੇ ਜਿਹੜੇ ਕੰਮ ਨੇ ਜਾਂ ਦਿਸ਼ਾ ਨਿਰਦੇਸ਼ ਨੇਗੇ ਕਿਸ ਤਰ੍ਹਾਂ ਪਬਲਿਸ਼ ਕੀਤੇ ਜਾਣਗੇ ਜਾਂ ਕਿਵੇਂ ਪ੍ਰਮਾਣਿਤ ਹੋਣਗੇ, ਕਿਸ ਤਰੀਕੇ ਨਾਲ ਪ੍ਰਮਾਣਿਤ ਹੋਣਗੇ, ਇਹੋ ਜਿਹਾ ਕੁਛ ਰੂਲ ਰਾਜਪਾਲ ਬਣਾ ਸਕਦਾ ਹੈ। ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਮੰਤਰੀਆਂ ਨੂੰ ਜਿਹੜੇ ਵਿਭਾਗ ਨੇਗੇ ਉਹ ਆਵੰਟਿਤ ਕਰਨ ਦਾ, ਵਿਭਾਗ ਵੰਡਣ ਦਾ ਕੰਮ ਵੀ ਰਾਜਪਾਲ ਦੁਆਰਾ ਕਿਸ ਦੀ ਸਹਾਇਤਾ ਦੇ ਨਾਲ? ਮੁੱਖ ਮੰਤਰੀ ਦੀ ਸਹਾਇਤਾ ਦੇ ਨਾਲ ਜਾਂ ਠੀਕ ਹੈ ਲਗਭਗ ਸੁਵਿਧਾਜਨਕ ਬਣਾਉਣ ਦੇ ਲਈ ਉਹ ਕਰ ਸਕਦਾ ਹੈ। ਉਸ ਤੋਂ ਬਾਅਦ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਵੀ ਰਾਜਪਾਲ ਕਰਦਾ ਹੈ। ਠੀਕ ਹੈ, ਐਡਵੋਕੇਟ ਜਨਰਲ ਦੀ ਨਿਯੁਕਤੀ ਰਾਜਪਾਲ ਕਰਦਾ ਹੈ ਨਾ, ਐਡਵੋਕੇਟ ਜਨਰਲ ਦੀ ਵੀ ਨਿਯੁਕਤੀ ਰਾਜਪਾਲ ਕਰਦਾ ਹੈ। CM ਅਤੇ ਹੋਰ ਮਨਿਸਟਰ ਨੇਗੇ ਉਹਨਾਂ ਦੀ ਨਿਯੁਕਤੀ ਰਾਜਪਾਲ ਕਰਦਾ ਹੈ। ਅਤੇ ਇੱਕ ਹੋਰ ਚੀਜ਼ ਇੱਥੇ ਕਾਫੀ ਮਹੱਤਵਪੂਰਨ ਚੀਜ਼ ਹੈ, ਜਿਹੜਾ ਸਟੇਟ ਦਾ ਇਲੈਕਸ਼ਨ ਕਮਿਸ਼ਨ ਹੈ, ਸਟੇਟ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਸ ਦੀ ਨਿਯੁਕਤੀ ਰਾਜਪਾਲ ਕਰਦਾ ਹੈ। ਉਸ ਤੋਂ ਬਾਅਦ ਹਾਈ ਕੋਰਟ ਹੈ ਨਾ, ਅਤੇ ਹੁਣ ਇੱਥੇ ਗੱਲ ਕੀ ਕਹੀ ਗਈ ਹੈ, ਨਿਯੁਕਤੀ ਤਾਂ ਰਾਜਪਾਲ ਕਰਦਾ ਹੈ ਇਲੈਕਸ਼ਨ ਕਮਿਸ਼ਨ ਦੀ, ਪਰ ਲੇਕਿਨ ਇਸ ਨੂੰ ਹਟਾਉਣ ਦਾ ਜਿਹੜਾ ਤਰੀਕਾ ਹੈ ਉਹ ਜਿਵੇਂ ਹਾਈ ਕੋਰਟ ਦੇ ਜੱਜਾਂ ਨੂੰ ਹਟਾਇਆ ਜਾਵੇਗਾ ਉਸ ਤਰ੍ਹਾਂ ਹੀ ਉਹ ਤਰੀਕਾ ਵਰਤਿਆ ਜਾਊਗਾ। ਅਤੇ ਇੱਕ ਹੋਰ ਜਿਹੜੀ ਗੱਲ ਹੈ ਆਪਾਂ ਦੇਖਦੇ ਹਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੇ ਲਈ ਇੰਪੀਚਮੈਂਟ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇੰਪੀਚਮੈਂਟ ਜਿਹੀ ਪ੍ਰਕਿਰਿਆ ਦੀ ਗੱਲ ਕੀਤੀ ਗਈ ਹੈ, ਭਾਵ ਇੰਪੀਚਮੈਂਟ ਸ਼ਬਦ ਇੱਥੇ ਇਹਨਾਂ ਨੇ ਨਹੀਂ ਯੂਜ ਕੀਤਾ, ਮਹਾਭਿਯੋਗ ਸ਼ਬਦ ਨਹੀਂ ਯੂਜ ਕੀਤਾ। ਮਹਾਭਿਯੋਗ ਵਰਗੀ ਜਿਹੜੀ ਵਿਵਸਥਾ ਹੈ ਉਹ ਕੀਤੀ ਜਾਵੇਗੀ, ਠੀਕ ਹੈ। ਇਸ ਤਰ੍ਹਾਂ ਮਹਾਭਿਯੋਗ ਵਰਗੀ, ਠੀਕ ਹੈ, ਇਹ ਮਹਾਭਿਯੋਗ ਵਰਗੀ ਜਾਂ ਇੰਪੀਚਮੈਂਟ ਲਾਈਕ ਡੈਟ ਇੰਪੀਚਮੈਂਟ, ਉਸ ਤਰ੍ਹਾਂ ਦੀ ਜਿਹੜੀ ਵਿਵਸਥਾ ਇੱਥੇ ਉਹ ਕੀਤੀ ਜਾਊਗੀ। ਉਸ ਤੋਂ ਬਾਅਦ ਅਗਲੀ ਜਿਹੜੀ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਆਪਣੇ ਕੋਲ ਹੋ ਜਾਂਦਾ ਹੈ ਵੀ ਇਹ ਜਿਹੜੀ ਨਿਯੁਕਤੀ ਕਰਦਾ ਹੈ ਜਿਹੜਾ ਆਪਣਾ ਜਿਹੜਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਹੈ, ਆਪਾਂ ਮੰਨ ਲਓ ਪੰਜਾਬ ਦਾ ਜਿਹੜਾ PPSC ਹੈ, PPSC ਦੇ ਜਿਹੜੇ ਚੇਅਰਪਰਸਨ ਨੇ ਉਹਦੀ ਨਿਯੁਕਤੀ ਤਾਂ ਰਾਜਪਾਲ ਕਰੂਗਾ, ਪਰ ਲੇਕਿਨ ਹਟਾਉਣ ਦਾ ਜਿਹੜਾ ਕੰਮ ਹੈ ਉਹ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ, ਭਾਵ ਪ੍ਰੈਜ਼ੀਡੈਂਟ ਉਸ ਨੂੰ ਹਟਾ ਸਕਦਾ ਹੈ। ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਦੇ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ ਵਿਧਾਇਕ ਜਾਣਕਾਰੀ ਫਿਰ ਆਪਾਂ ਦੇਖਦੇ ਹਾਂ ਓਰਡੀਨੈਂਸ ਉਹ ਜਿਹੜਾ ਜਾਰੀ ਕਰ ਸਕਦਾ ਹੈ।
ਹੈ ਨਾ। ਅਤੇ ਜੇਕਰ ਰਾਸ਼ਟਰਪਤੀ ਸ਼ਾਸਨ ਕਿਸੇ ਸਟੇਟ ਦੇ ਵਿੱਚ ਲੱਗ ਜਾਂਦਾ ਤਾਂ ਰਾਸ਼ਟਰਪਤੀ ਦਾ ਕੀ ਹੁੰਦਾ ਗਾ, ਪ੍ਰਤੀਨਿਧੀ ਦੇ ਤੌਰ 'ਤੇ ਇਹ ਕੰਮ ਕਰੇਗਾ ਜੇਕਰ ਕਿਸੇ ਸਟੇਟ ਦੇ ਵਿੱਚ ਰਾਸ਼ਟਰਪਤੀ ਰਾਜ ਕੀ ਹੈ ਲਾਗੂ ਹੋ ਜਾਂਦਾ ਹੈ। ਫਿਰ ਆਪਾਂ ਦੇਖਦੇ ਹਾਂ ਜਿਹੜੇ ਨੇਗੇ ਕੁਲਪਤੀਆਂ ਦੀ, ਜਿਹੜੇ ਯੂਨੀਵਰਸਿਟੀ ਦੇ ਕੁਲਪਤੀ ਹੁੰਦੇ ਨੇਗੇ, ਉਹਨਾਂ ਦੀ ਨਿਯੁਕਤੀ ਵੀ ਜਿਹੜੇ ਵਾਈਸ ਚਾਂਸਲਰ ਨੇਗੇ ਆਪਾਂ ਦੇਖਦੇ ਹਾਂ ਉਹਨਾਂ ਦੀ ਨਿਯੁਕਤੀ ਹੈ ਰਾਜਪਾਲ ਦੁਆਰਾ ਜਿਹੜੀ ਕੀਤੀ ਜਾਂਦੀ ਹੈ। ਇੱਥੇ ਵੀ ਕਾਫੀ ਮਹੱਤਵਪੂਰਨ ਜਿਹੜੀ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਸ ਦੇ ਕੋਲੇ ਕੁਛ ਨਿਆਇਕ ਸ਼ਕਤੀਆਂ ਅਤੇ ਵਿੱਤੀ ਸ਼ਕਤੀਆਂ ਵੀ ਹੈਗੀਆਂ ਨੇ। ਵਿੱਤੀ ਸ਼ਕਤੀਆਂ ਦੇ ਵਿੱਚ ਤਾਂ ਲਗਭਗ ਸੇਮ ਟੂ ਸੇਮ ਤੁਸੀਂ ਜੇਕਰ ਰਾਸ਼ਟਰਪਤੀ ਵਾਲਾ ਦੇਖਿਆ ਸੀਗਾ ਉਹਨੂੰ ਵੀਡੀਓ ਨੂੰ ਦੁਬਾਰਾ ਦੇਖਣਾ ਅਤੇ ਉਹੀ ਚੀਜ਼ਾਂ ਜੋ ਵਿੱਤ ਦੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਕੋਲ ਹੈਗੀਆਂ ਨੇ, ਸਟੇਟ ਦੇ ਵਿੱਚ ਲਗਭਗ ਉਹ ਸਾਰੀਆਂ ਚੀਜ਼ਾਂ, ਚਾਹੇ ਆਪਾਂ ਬਜਟ 'ਤੇ ਗੱਲ ਕਰ ਲਈਏ, ਚਾਹੇ ਮਨੀ ਬਿੱਲ 'ਤੇ ਗੱਲ ਕਰ ਲਈਏ, ਚਾਹੇ ਆਪਾਂ ਅਨੁਦਾਨ ਦੀ ਡਿਮਾਂਡ ਦੀ ਮੰਗ ਕਰ ਲਈਏ, ਹੈ ਨਾ, ਜਿਹੜੀਆਂ ਡਿਮਾਂਡਾਂ ਹੁੰਦੀਆਂ ਨੇ ਅਲੱਗ-ਅਲੱਗ ਮੰਤਰਾਲਿਆਂ ਦੀਆਂ, ਉਹ ਰਾਜਪਾਲ ਦੀ ਸਿਫਾਰਿਸ਼ ਤੋਂ ਬਿਨਾਂ ਪਾਸ ਨਹੀਂ ਹੋ ਸਕਦੀਆਂ। ਅਤੇ ਲਗਭਗ ਵਿੱਤ ਆਯੋਗ ਦਾ ਹਰ 5 ਸਾਲ ਬਾਅਦ ਜਿਹੜਾ ਗਠਨ ਹੈ ਪੰਚਾਇਤਾਂ ਦੀ ਜਿਹੜੀ ਵਿੱਤ ਵਿਵਸਥਾ ਹੁੰਦੀ ਹੈ। ਹੁਣ ਇੱਥੇ ਹੈ ਵਿੱਤ ਆਯੋਗ ਦੀ ਜਿਹੜੀ ਗਠਨ ਹੈ, ਵਿੱਤ ਆਯੋਗ ਦਾ ਜਿਹੜਾ ਗਠਨ ਹੈ ਉਹ ਪੰਚਾਇਤਾਂ ਦੀ ਵਿੱਤੀ ਵਿਵਸਥਾ ਸੁਧਾਰਨ ਦੇ ਲਈ ਰਾਜਪਾਲ ਦੁਆਰਾ ਜਿਹੜਾ ਕੀਤਾ ਜਾ ਸਕਦਾ ਹੈ। ਹੁਣ ਨਿਆਇਕ ਸ਼ਕਤੀਆਂ ਹੁੰਦੀਆਂ ਨੇ ਰਾਜਪਾਲ ਦੇ ਕੋਲੇ, ਰਾਸ਼ਟਰਪਤੀ, ਲੇਕਿਨ ਇੱਥੇ ਕੀ ਹੈ ਵੀ ਜਦੋਂ ਰਾਸ਼ਟਰਪਤੀ ਕੋਈ ਸੁਪਰੀਮ ਹਾਈ ਕੋਰਟ ਦਾ ਜੱਜ ਨਿਯੁਕਤ ਕਰਦਾ ਤਾਂ ਇੱਥੇ ਕੀ ਹੈ, ਰਾਜਪਾਲ ਦੇ ਨਾਲ ਜ਼ਰੂਰ ਪਰਾਮਰਸ਼ ਕਰਦਾ ਅਤੇ ਵਿਚਾਰ ਵੀ ਕਰਦਾ ਰਾਸ਼ਟਰਪਤੀ। ਉਸ ਤੋਂ ਬਾਅਦ ਜਿਹੜੀਆਂ ਲਗਭਗ ਰਾਜ ਦੇ ਜਿਹੜੇ ਉੱਚ ਨਿਆਲਿਆਂ ਦੇ ਨਾਲ, ਹੁਣ ਕੀ ਹੈ, ਜਿਹੜੇ ਹਾਈ ਕੋਰਟ ਦੇ ਜੱਜ ਹੈਗੇ ਆ ਉਹਨਾਂ ਦੇ ਨਾਲ ਪਰਾਮਰਸ਼ ਕਰਕੇ ਜਿਹੜੀਆਂ ਡਿਸਟ੍ਰਿਕਟ ਕੋਰਟ ਹੁੰਦੀਆਂ ਨੇ ਜਾਂ ਅਧੀਨਸਥ ਅਦਾਲਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਜੱਜ ਹੁੰਦੇ ਆ, ਹੈ ਨਾ, ਜਿਹੜੇ ਆਪਾਂ PCS ਦੇ ਜਿਹੜੇ ਜੱਜ ਹੁੰਦੇ ਆ ਉਹਨਾਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਨਿਯੁਕਤੀ ਰਾਜਪਾਲ ਦੁਆਰਾ ਜਿਹੜੀ ਆ ਉਹ ਕੀਤੀ ਜਾਂਦੀ ਹੈ। ਕਾਫੀ ਮਹੱਤਵਪੂਰਨ ਇੱਥੇ ਜਾਣਕਾਰੀ ਹੈ। ਮੈਂ ਮੰਨਦਾ ਕਿ ਤੁਹਾਡੇ ਲਈ ਜ਼ਿਲ੍ਹਾ ਨਿਆਧੀਸ਼ਾਂ ਦੀ, ਹੈ ਨਾ, ਜਿਹੜੇ ਡਿਸਟ੍ਰਿਕਟ ਮੈਜਿਸਟਰੇਟ ਹੁੰਦੇ ਨੇਗੇ ਉਹਨਾਂ ਦੀ ਨਿਯੁਕਤੀ ਲੋਕ ਸੇਵਾ ਆਯੋਗ ਦੇ ਜਾਂ ਹਾਈ ਕੋਰਟ ਦੇ ਲਗਭਗ ਜਿਹੜੇ ਉਹਨਾਂ ਦੇ ਨਾਲ ਲੋਕ ਜੁੜੇ ਹੁੰਦੇ ਨੇਗੇ ਉਹਨਾਂ ਦੀ ਜਦੋਂ ਨਿਯੁਕਤੀ ਕਰਦਾ ਹੈ ਤਾਂ ਇਹ ਹਾਈ ਕੋਰਟ ਦੇ ਜੱਜਾਂ ਦੇ ਨਾਲ ਅਤੇ ਲਗਭਗ ਜਿਹੜੇ ਮੈਂਬਰ ਹੁੰਦੇ ਨੇਗੇ ਲੋਕ ਸੇਵਾ ਆਯੋਗ ਦੇ ਮੈਂਬਰ ਹੁੰਦੇ ਨੇਗੇ ਉਹਨਾਂ ਦੇ ਨਾਲ ਵਿਚਾਰ ਵਿਮਰਸ਼ ਵੀ ਜਿਹੜਾ ਇਹ ਕਰਦਾ ਹੈ। ਤਾਂ ਇੱਥੋਂ ਤੱਕ ਮੈਨੂੰ ਲੱਗਦਾ ਕਿ ਕਾਫੀ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਰਾਜਪਾਲ ਦੇ। ਜੇਕਰ ਆਪਾਂ ਦੇਖੀਏ ਸੰਵਿਧਾਨਕ ਸਥਿਤੀ ਦੇ ਵਿੱਚ ਕੀ ਕੁਛ ਆਪਣੇ ਕੋਲੇ ਰਾਜਪਾਲ ਦੇ ਲਈ ਦੇਖਣ ਨੂੰ ਮਿਲਦਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਰਾਜ ਦੀਆਂ ਜਿਹੜੀਆਂ ਲਗਭਗ ਕਾਰਜਕਾਰੀ ਸ਼ਕਤੀਆਂ ਜੇਕਰ ਨਿਹਿਤ ਹੈਗੀਆਂ ਨੇ ਕਿਸੇ ਦੇ ਵਿੱਚ, ਤਾਂ ਆਪਾਂ ਜਿਹੜੀ ਗੱਲ ਕੀਤੀ ਹੈ 154 ਦੇ ਵਿੱਚ ਕਿਹਾ ਗਿਆ ਵੀ ਸਾਰੀਆਂ ਸ਼ਕਤੀਆਂ ਕਿਸ ਦੇ ਵਿੱਚ ਹੋਣਗੀਆਂ, ਰਾਜਪਾਲ ਦੇ ਵਿੱਚ ਹੋਣਗੀਆਂ, ਹਨ, ਰਾਜਪਾਲ ਦੇ ਵਿੱਚ ਜਿਹੜੀਆਂ ਲਾਈ ਹੋਣਗੀਆਂ, ਇੱਥੇ ਇਹ ਗੱਲ ਕਹੀ ਗਈ ਹੈ। ਉਸ ਤੋਂ ਬਾਅਦ 163 ਦੇ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਪ੍ਰੀਸ਼ਦ, ਹੈ ਨਾ, ਦੀ ਸਲਾਹ ਲੈਣੀ ਪਊਗੀ। ਮੰਤਰੀ ਪ੍ਰੀਸ਼ਦ ਦੀ ਕੀ ਹੈ, ਮੰਤਰੀ ਪ੍ਰੀਸ਼ਦ ਰਾਜਪਾਲ ਦੀ ਕੀ ਹੈ ਸਲਾਹ ਦੇ ਲਈ ਗਠਿਤ ਕੀਤੀ ਜਾਊਗੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਨਿਯੁਕਤੀ ਦੇ ਵਿੱਚ ਕੀ ਆਉਂਦਾ 164 ਦੇ ਵਿੱਚ ਲਗਭਗ ਮੰਤਰੀ ਪ੍ਰੀਸ਼ਦ ਦੀ, ਹੈ ਨਾ, ਜਿਹੜੀ ਨਿਯੁਕਤੀ ਇੱਥੇ ਕਰਦਾ ਹੈ ਅਤੇ ਲਗਭਗ ਕਈ ਵਾਰ ਆਪਾਂ ਦੇਖਦੇ ਹਾਂ ਰਾਜ ਦੇ ਵਿੱਚ ਸਮੂਹਿਕ ਜਿਹੜੀ ਜ਼ਿੰਮੇਵਾਰੀ ਹੈ 164 ਦੇ ਵਿੱਚ ਮੰਤਰੀ ਪ੍ਰੀਸ਼ਦ ਦੀ ਸਮੂਹਿਕ ਜ਼ਿੰਮੇਵਾਰੀ ਦਾ ਇੱਥੇ ਜ਼ਿਕਰ ਆਪਣੇ ਕੋਲ ਆਉਂਦਾ ਹੈ ਅਤੇ ਇਹ ਉਪਬੰਧ ਰਾਜਪਾਲ ਦੀ ਸੰਵਿਧਾਨਿਕ ਬੁਨਿਆਦ ਦੇ ਰੂਪ ਦੇ ਵਿੱਚ ਹੈ ਵੀ ਜਿਹੜੀ ਰਾਜ ਦੀ ਮੰਤਰੀ ਪ੍ਰੀਸ਼ਦ ਹੈਗੀ ਹੈ ਵਿਧਾਨ ਮੰਡਲ ਦੇ ਪ੍ਰਤੀ ਕੀ ਹੋਊਗੀ, ਸਮੂਹਿਕ ਜ਼ਿੰਮੇਵਾਰੀ ਹੋਊਗੀ। ਉਸ ਤੋਂ ਬਾਅਦ ਉਕਤ ਦੇ ਵਿੱਚ ਰਾਜਪਾਲ ਦੀ ਸਥਿਤੀ ਦੀ ਨਿਮਨਲਿਖਤ ਮਾਮਲਿਆਂ ਦੇ ਵਿੱਚ ਆਪਾਂ ਭਿੰਨ ਕਰ ਸਕਦੇ ਹਾਂ ਕਿ ਜੇਕਰ ਰਾਸ਼ਟਰਪਤੀ ਦੇ ਤੌਰ 'ਤੇ ਆਪਾਂ ਦੇਖੀਏ, ਰਾਸ਼ਟਰਪਤੀ ਅਤੇ ਰਾਜਪਾਲ ਦੀ ਜਦੋਂ ਆਪਾਂ ਥੋੜ੍ਹੀ ਜਿਹੀ ਕੰਪੈਰੀਜ਼ਨ ਕਰਦੇ ਹਾਂ ਤਾਂ ਵਿਵੇਕ ਦੇ ਆਧਾਰ 'ਤੇ ਫੈਸਲੇ ਰਾਜਪਾਲ ਕਰ ਸਕਦਾ ਹੈ। ਰਾਸ਼ਟਰਪਤੀ ਇੱਥੇ ਕਈ ਵਾਰ ਵੱਜਿਆ ਜਾਂਦਾ ਹੈ, ਉਸ ਨੂੰ ਲਗਭਗ ਕਿਸੇ ਨਾ ਕਿਸੇ ਮੰਤਰੀ ਮੰਡਲ ਦੀ ਜਿਹੜੀ ਆ ਸਲਾਹ ਲੈਣੀ ਪਊਗੀ, ਸਿਵਾਏ ਇਸ ਦੇ ਕਿ ਲੋਕ ਸਭਾ ਭੰਗ ਨਾ ਹੋਈ ਹੋਵੇ। ਅਤੇ ਜੇਕਰ ਲੋਕ ਸਭਾ ਚੁਣੀ ਜਾਂਦੀ ਹੈ ਤਾਂ ਲੋਕ ਸਭਾ ਦੀ ਸਲਾਹ ਜਾਂ ਜਿਹੜਾ ਮੰਤਰੀ ਮੰਡਲ ਲੋਕ ਸਭਾ ਦੇ ਵੱਲੋਂ ਨਿਯੁਕਤ ਕੀਤਾ ਜਾਊਗਾ ਉਸ ਦੀ ਸਲਾਹ ਮੰਨਣੀ ਲਗਭਗ ਰਾਸ਼ਟਰਪਤੀ ਦੇ ਲਈ ਜਿਹੜੀ ਉਹ ਜ਼ਰੂਰੀ ਹੋ ਜਾਂਦੀ ਹੈ। 42ਵੇਂ ਸੰਸ਼ੋਧਨ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਸੀਗੀ, 42 ਨੰਬਰ ਸੰਸ਼ੋਧਨ 1976 ਦੇ ਵਿੱਚ ਹੋਇਆ ਸੀਗਾ। ਇਸ ਦੇ ਵਿੱਚ ਵੀ ਜਿਹੜਾ ਆ ਵੀ ਰਾਸ਼ਟਰਪਤੀ ਦੀ ਜਿਹੜੀ ਸਲਾਹ ਦੇ ਉੱਪਰ
ਜਿਹੜਾ ਹੈ ਆਪਾਂ ਦੇਖਦੇ ਹਾਂ ਵੱਧਤਾ ਜਿਹੜੀ ਸੀਗੀ ਤੈਅ ਕਰ ਦਿੱਤੀ ਗਈ ਸੀਗੀ ਜੇਕਰ ਸੋਧ ਦੇ ਮਾਮਲੇ ਦੇ ਵਿੱਚ। ਪਰ ਲੇਕਿਨ ਰਾਜਪਾਲ ਦੇ ਸੰਬੰਧੀ ਇਹੋ ਜਿਹਾ ਹਾਲੇ ਤੱਕ ਕੋਈ ਸਟੇਟਮੈਂਟ ਨਹੀਂ ਆਈ ਹੈਗੀ। ਤਾਂ ਉਸ ਤੋਂ ਬਾਅਦ ਦੇਖਦੇ ਹਾਂ ਵਿਸ਼ੇਸ਼ਾਧਿਕਾਰ ਦੇ ਸੰਬੰਧੀ ਜੇਕਰ ਕੋਈ ਪ੍ਰਸ਼ਨ ਉੱਠਦਾ ਹੈਗਾ ਸੰਵਿਧਾਨ ਦੇ ਸਪਸ਼ਟ ਦੇ ਵਿੱਚ, ਤਾਂ ਰਾਜਪਾਲ ਦਾ ਜਿਹੜਾ ਨਿਰਣਾ ਹੈ ਉਹ ਅੰਤਿਮ ਅਤੇ ਵੈਧ ਹੋਊਗਾ। ਇਸ ਦੇ ਆਧਾਰ 'ਤੇ ਪ੍ਰਸ਼ਨ ਨਹੀਂ ਉਠਾਇਆ ਜਾ ਸਕਦਾ। ਵਿਵੇਕ ਦੇ ਅਨੁਸਾਰ ਜਿਹੜਾ ਫੈਸਲੇ ਲੈਣ ਦਾ ਅਧਿਕਾਰ ਹੈਗਾ ਜਾਂ ਨਹੀਂ, ਇਹ ਰਾਜਪਾਲ ਦੇ ਸੰਵਿਧਾਨਿਕ ਵਿਵੇਕ ਆਧਾਰ 'ਤੇ ਨਿਮਨਲਿਖਤ ਮਾਮਲਿਆਂ ਦੇ ਵਿੱਚ ਹੈਗਾ। ਰਾਸ਼ਟਰਪਤੀ ਦੇ ਨਾਲ ਕੀ ਇਹ ਵਿਚਾਰ ਕਰ ਸਕਦਾ ਹੈ, ਕਿਸੇ ਵੀ ਕਾਨੂੰਨ ਨੂੰ ਰਾਸ਼ਟਰਪਤੀ ਦੇ ਕੋਲ ਭੇਜ ਸਕਦਾ ਹੈ, ਇਹ ਗੱਲ ਆਪਾਂ ਕਹਿ ਸਕਦੇ ਹਾਂ। ਰਾਜ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਿਸ਼ ਕਰ ਸਕਦਾ ਹੈ। ਪੜੋਸੀ ਅਤੇ ਕੇਂਦਰ ਰਾਜਾਂ ਦੇ ਵਿੱਚ ਅਤਿਰਿਕਤ ਪ੍ਰਭਾਵ ਦੀ ਸਥਿਤੀ ਦੇ ਵਿੱਚ ਬਤੌਰ ਪ੍ਰਸ਼ਾਸਕ ਦੇ ਤੌਰ 'ਤੇ ਵੀ ਕੰਮ ਕਰ ਸਕਦਾ ਹੈ। ਫਿਰ ਆਪਾਂ ਦੇਖਦੇ ਹਾਂ ਕੁਝ ਆਪਣੇ ਹੈਗੇ ਨੇਗੇ ਜਿਹੜੇ ST ਸਟੇਟ ਹੈਗੇ ਆ, ਜਿਵੇਂ ਆਪਾਂ ਦੇਖਦੇ ਹਾਂ ਮੇਘਾਲਿਆ, ਅਸਮ, ਤ੍ਰਿਪੁਰਾ, ਜਿਹੜੀ ਲਗਭਗ 7 ਸਿਸਟਰ ਆਪਾਂ ਜਿਹਨਾਂ ਨੂੰ ਕਹਿੰਦੇ ਹਾਂ, ਉਹਨਾਂ ਦੇ ਵਿੱਚ ਲਗਭਗ ਆਪਾਂ ਦੇਖਦੇ ਹਾਂ ਜਨਜਾਤੀ ਜਿਹੜੀ ਹੁੰਦੀ ਹੈ ਉਹਨਾਂ ਦੀ ਜਿਹੜੀ ਪ੍ਰੀਸ਼ਦ ਦਾ ਗਠਨ ਵੀ ਰਾਜਪਾਲ ਦੁਆਰਾ ਕੀਤਾ ਜਾਂਦਾ ਹੈ। ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ ਮੁੱਖ ਮੰਤਰੀ ਤੋਂ ਜਾਣਕਾਰੀ ਪ੍ਰਾਪਤ ਹੈ ਜਿਹੜੀ ਰਾਜਪਾਲ ਕਰ ਸਕਦਾ ਹੈ। ਇੰਨੀ ਕੁ ਜੇਕਰ ਆਪਾਂ ਦੇਖੀਏ ਕਾਫੀ ਮਹੱਤਵਪੂਰਨ ਜਿਹੜੀਆਂ ਚੀਜ਼ਾਂ ਸਾਡੇ ਲਈ ਹੋ ਸਕਦੀਆਂ ਨੇ। ਭਾਵੇਂ ਆਪਾਂ ਮਹਾਰਾਸ਼ਟਰ ਦੇ ਵਿਦਰਭ ਦੇ ਵਿੱਚ ਮਰਾਠਵਾੜਾ ਦੀ ਵਿਕਾਸ ਪ੍ਰੀਸ਼ਦ ਦਾ ਗੱਲ ਕਰੀਏ, ਗੁਜਰਾਤ ਦੇ ਵਿੱਚ ਕੱਛ ਦੇ ਲਈ ਜਿਹੜਾ ਵਿਕਾਸ ਬੋਰਡ ਹੈ ਉਹ ਬਣਿਆ ਹੋਇਆ ਹੈ, ਨਾਗਾਲੈਂਡ ਦੇ ਵਿੱਚ ਤਵੇਨ ਸੰਘ ਦੀ ਪਹਾੜੀਆਂ ਦੇ ਵਿੱਚ ਹੈ ਨਾ ਜਿਹੜੇ ਚੱਲਦੇ ਕਾਨੂੰਨ ਦੀ ਸੰਬੰਧੀ ਕੁਛ ਘਟਨਾਵਾਂ ਨੇ ਰਾਜਪਾਲ ਨੂੰ ਦਿੱਤੀਆਂ ਗਈਆਂ ਨੇ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਰਾਜ ਕਾਨੂੰਨ ਦੀ ਵਿਵਸਥਾ ਜਿਹੜਾ ਲਗਭਗ ਬਣਾਉਣ ਦਾ ਕਈ ਵਾਰ ਜ਼ਿੰਮਾ ਰਾਜਪਾਲ ਦੇ ਹਿੱਸੇ ਆ ਜਾਂਦਾ ਹੈ। ਕਰਨਾਟਕ, ਹੈਦਰਾਬਾਦ, ਕਰਨਾਟਕ ਖੇਤਰਾਂ ਦੇ ਵਿੱਚ ਵੀ ਇੱਕ ਅਲੱਗ ਵਿਕਾਸ ਬੋਰਡ ਦੀ ਸਥਾਪਨਾ ਹੈ ਉਹ ਰਾਜਪਾਲ ਦੁਆਰਾ ਹੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਲਗਭਗ ਆਪਾਂ ਦੇਖਦੇ ਹਾਂ ਸੰਘੀ ਢਾਂਚੇ ਦੇ ਵਿੱਚ ਤਹਿਤ ਜਿਹੜੀ ਦੋਹਰੀ ਭੂਮਿਕਾ ਹੈ ਉਹ ਰਾਜਪਾਲ ਦੀ ਦੇਖਣ ਨੂੰ ਮਿਲਦੀ ਹੈ। ਦੋਹਰੀ ਭੂਮਿਕਾ ਰਾਜਪਾਲ ਦੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਅਤੇ ਕਾਫੀ ਮਹੱਤਵਪੂਰਨ ਇੱਥੇ ਜਾਣਕਾਰੀ ਆਪਣੇ ਕੋਲ ਹੈਗੀ ਹੈ। ਅਤੇ ਹੁਣ ਜਿਹੜਾ ਆਪਣੇ ਕੋਲ ਆਰਟੀਕਲ ਆ ਜਾਣ, ਤਾਂ ਆਰਟੀਕਲਾਂ ਦੇ ਵਿੱਚ ਆਪਾਂ ਦੇਖਾਂਗੇ 153 ਦੇ ਵਿੱਚ ਸਿੱਧੀ ਗੱਲ ਕਹੀ ਗਈ ਹੈ ਕਿ ਸਟੇਟ ਦਾ ਕੀ ਹੈ, ਗਵਰਨਰ ਹੋਏਗਾ, ਰਾਜਪਾਲ ਹੋਏਗਾ। ਉਸ ਤੋਂ ਬਾਅਦ 154 ਦੇ ਵਿੱਚ ਜਿਹੜੀਆਂ ਲਗਭਗ ਕਹਿਣਗੇ ਵੀ ਇਹ 154 ਦੇ ਤਹਿਤ ਕੀ ਹੋਊਗਾ, 154 ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲਗਭਗ ਰਾਜ ਦੀਆਂ ਜਿਹੜੀਆਂ ਕਾਰਜਕਾਰੀ ਸ਼ਕਤੀਆਂ ਨੇ ਇੱਥੇ ਦਿੱਤੀਆਂ ਗਈਆਂ ਨੇ, ਭਾਵ ਮੰਤਰੀ ਪ੍ਰੀਸ਼ਦ ਹੋਊਗੀ ਜਾਂ ਸਲਾਹ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਕਿ ਜਿਹੜੀਆਂ ਕਾਰਜਕਾਰੀ ਸ਼ਕਤੀਆਂ ਇਸ ਨੂੰ ਦਿੱਤੀਆਂ ਗਈਆਂ ਨੇ 154 ਦੇ ਵਿੱਚ। ਜੇਕਰ ਨਿਯੁਕਤੀ ਦੀ ਗੱਲ ਕਰੀਏ 155 ਦੇ ਵਿੱਚ ਰਾਜਪਾਲ ਦੀ ਨਿਯੁਕਤੀ ਦੀ ਗੱਲ ਕੀਤੀ ਗਈ ਹੈ, ਨਿਯੁਕਤੀ ਕਿਵੇਂ ਹੋਊਗੀ। ਜੇਕਰ 156 ਦੀ ਗੱਲ ਕਰੀਏ ਇਸ ਦੇ ਵਿੱਚ ਟਾਈਮ ਪੀਰੀਅਡ ਦੱਸਿਆ ਗਿਆ ਅਤੇ ਉਸ ਤੋਂ ਬਾਅਦ 157 ਦੇ ਵਿੱਚ ਯੋਗਤਾਵਾਂ ਦੱਸੀਆਂ ਗਈਆਂ ਨੇ। 157 ਦੇ ਵਿੱਚ ਰਾਜਪਾਲ ਦੀਆਂ ਯੋਗਤਾਵਾਂ ਦੀ ਗੱਲ ਕੀਤੀ ਗਈ ਹੈ। 158 ਦੇ ਵਿੱਚ ਕਾਰਜਕਾਲ ਦੀਆਂ ਜਿਹੜੀਆਂ ਸਿਚੁਏਸ਼ਨ ਨੇ, ਦਸ਼ਾਵਾਂ ਨੇ, ਉਹਨਾਂ ਦੀ ਗੱਲ ਕੀਤੀ ਗਈ ਹੈ। 159 ਦੇ ਵਿੱਚ ਆਪਾਂ ਜੇਕਰ ਦੇਖੀਏ ਤਾਂ ਜਿਹੜੀ ਸਹੁੰ ਚੁੱਕ ਹੈ ਨਾ, ਸਹੁੰ ਦੀ ਜਿਹੜੀ ਗੱਲ ਹੈ ਇੱਥੇ ਕੀਤੀ ਗਈ ਹੈ। 160 ਦੇ ਵਿੱਚ ਕਈ ਸਿਚੁਏਸ਼ਨਾਂ ਦੇ ਵਿੱਚ ਰਾਜਪਾਲ ਦੇ ਹੈ ਨਾ ਕੁਛ ਅਨਕੰਡੀਸ਼ਨਲ ਕੰਮਾਂ ਦੇ ਵਿੱਚ, ਜਿਵੇਂ ਯੁੱਧ ਦੇ ਵਿੱਚ ਜਾਂ ਕੋਈ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਜਾਂ ਕੋਈ ਹੋਰ ਐਮਰਜੈਂਸੀ ਹੋ ਗਈ, ਉਸ ਸਮੇਂ ਆਪਾਂ ਦੇਖਦੇ ਹਾਂ ਰਾਜਪਾਲ ਦੇ ਜਿਹੜੇ ਕੰਮ ਨੇਗੇ ਉਹਨਾਂ ਦੀ ਜਿਹੜਾ ਜ਼ਿਕਰ ਕੀਤਾ ਗਿਆ ਹੈ। 161 ਦੇ ਵਿੱਚ ਆਪਾਂ ਦੇਖਦੇ ਹਾਂ ਲਗਭਗ ਆਰਟੀਕਲ 72 ਦੇ ਨਾਲ ਸੇਮ ਟੂ ਸੇਮ ਇਹ ਮਿਲਦਾ। 161 ਆਰਟੀਕਲ 72 ਆਪਾਂ ਰਾਸ਼ਟਰਪਤੀ ਦੇ ਉੱਪਰ ਲਾਗੂ ਕਰਦੇ ਹਾਂ ਅਤੇ 161 ਲਗਭਗ ਆਪਾਂ ਰਾਜਪਾਲ ਦੇ ਉੱਪਰ ਲਾਗੂ ਕਰਦੇ ਹਾਂ, ਜਿਹੜੀ ਹੈ ਮਾਫੀ ਦੇਣ ਦੀ ਸ਼ਕਤੀ ਦੇ ਮਾਮਲੇ ਦੇ ਵਿੱਚ। ਅਤੇ 162 ਦੇ ਵਿੱਚ ਰਾਜ ਦੀ ਕਾਰਜਪਾਲਿਕਾ ਦੀ ਸ਼ਕਤੀ ਦੀ ਜਿਹੜੀ ਸੀਮਾ ਹੈ ਉਹ ਤੈਅ ਕਰਦਾ ਹੈ ਰਾਜਪਾਲ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 163 ਦੇ ਵਿੱਚ ਰਾਜਪਾਲ ਦੇ ਸਹਿਯੋਗ ਦੇ ਲਈ ਮੰਤਰੀ ਪ੍ਰੀਸ਼ਦ ਦੀ ਗੱਲ ਕੀਤੀ ਗਈ ਹੈ। ਅਤੇ 164 ਦੇ ਵਿੱਚ ਆਪਾਂ ਦੇਖਦੇ ਹਾਂ ਮੰਤਰੀਆਂ ਦੇ ਨਾਲ ਸੰਬੰਧਿਤ ਹੋਰ ਪ੍ਰਾਵਧਾਨ ਨੇ, ਜਿਹੇ ਨਿਯੁਕਤੀਆਂ, ਕਾਰਜਕਾਲ, ਵੇਤਨ, ਇਹ ਸਾਰੀਆਂ ਚੀਜ਼ਾਂ। 165 ਦੇ ਵਿੱਚ ਸਟੇਟ ਦਾ ਜਿਹੜਾ ਐਡਵੋਕੇਟ ਜਨਰਲ ਹੈ ਉਸ ਦੀ ਗੱਲ ਹੈ ਜਿਹੜੀ ਉਹ ਕੀਤੀ ਗਈ ਹੈ। ਇੱਥੇ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਚੀਜ਼ਾਂ ਹੈਗੀਆਂ ਨੇ, ਹੋਰ ਵੀ ਬਹੁਤ ਸਾਰੇ ਆਰਟੀਕਲ ਨੇਗੇ ਆਪਾਂ ਦੇਖਾਂਗੇ। ਹੁਣ ਦੇਖਦੇ ਹਾਂ ਕਾਫੀ ਇੱਕ ਚੀਜ਼ ਹੋਰ ਹੈ, 233 ਐਕਟ 233 ਆਰਟੀਕਲ ਜ਼ਰੂਰ ਕਰ ਲਿਓ। ਇਸ ਦੇ ਤਹਿਤ ਕੀ ਹੈ, ਜਿਹੜੇ ਡਿਸਟ੍ਰਿਕਟ ਮੈਜਿਸਟਰੇਟ ਹੁੰਦੇ ਨੇ ਉਹਨਾਂ ਦੀ ਨਿਯੁਕਤੀ ਰਾਜਪਾਲ ਦੁਆਰਾ ਜਿਹੜੀ ਉਹ ਕੀਤੀ ਜਾਂਦੀ ਹੈ। ਹੁਣ ਇੱਥੇ ਆਪਾਂ ਦੇਖਦੇ ਹਾਂ ਕਿ
ਜਿਹੜੀ 6ਵੀਂ ਅਨੁਸੂਚੀ ਹੈ ਆਪਣੀ 6ਵੀਂ ਅਨੁਸੂਚੀ ਹੈ, ਉਸ ਦਾ ਜਿਹੜਾ ਕਲੋਜ਼ 2 ਹੈ, ਉਹ ਇੱਕ ਚੀਜ਼ ਕਹਿੰਦਾ ਹੈ ਵੀ ਜੇਕਰ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਦਿੱਤਾ ਜਾਣ ਵਾਲਾ ਸਮਾਨ ਕੁਛ ਵੀ ਹੈਗਾ ਵਿਵਾਦ ਉਤਪੰਨ ਜੇਕਰ ਹੁੰਦਾ ਜ਼ਿਲ੍ਹਾ ਪਰਿਸ਼ਦ ਦੇ ਨਾਲ ਸੰਬੰਧਿਤ ਕੋਈ ਜੇਕਰ ਵਿਵਾਦ ਉਤਪੰਨ ਹੋ ਜਾਂਦਾ ਹੈ ਨਾ, ਤਾਂ ਰਾਜਪਾਲ ਨਿਰਦੇਸ਼ਿਤ ਕਰੂਗਾ ਅਤੇ ਆਪਣੇ ਵਿਵੇਕ ਦੇ ਅਨੁਸਾਰ ਕੋਈ ਵੀ ਰਕਮ ਜਾਂ ਸੰਦੇਹ ਦੀ ਰਕਮ ਜਿਹੜੀ ਵੀ ਸਮਝੀ ਜਾਊਗੀ ਰਾਜਪਾਲ ਦੁਆਰਾ ਕੀਤਾ ਗਿਆ ਜਿਹੜਾ ਨਿਸ਼ਚੈ ਹੈ ਉਹ ਅੰਤਿਮ ਹੋਊਗਾ, ਹੈ ਨਾ। ਹੁਣ ਇੱਥੇ ਕੀ ਹੈ ਵੀ ਕੋਈ ਵਾਰ ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਨੇ ਦੇਖਣ ਨੂੰ ਆਪਣੇ ਕੋਲ ਕਿ ਕਿਸੇ ਅਨੁਦਾਨ ਜਾਂ ਮੰਗ ਦੇ ਉੱਪਰ ਜਾਂ ਡਿਮਾਂਡ ਦੇ ਉੱਪਰ ਆਪਾਂ ਦੇਖਦੇ ਹਾਂ ਜਾਂ ਗ੍ਰਾਂਟ ਦੇ ਉੱਪਰ ਕਈ ਵਾਰ ਜਿਹੜੀ ਹੈ ਸਿਚੁਏਸ਼ਨ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਪੈਦਾ ਹੋ ਜਾਂਦੀ ਹੈ। ਉਹ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੌਣ ਕਰੇਗਾ? ਰਾਜਪਾਲ ਦੁਆਰਾ ਕੀਤਾ ਜਾਊਗਾ ਅਤੇ ਉਸ ਦਾ ਫੈਸਲਾ ਜਿਹੜਾ ਉਹ ਅੰਤਿਮ ਮੰਨਿਆ ਜਾਊਗਾ। ਹੁਣ ਇਸੇ ਕੜੀ ਦੇ ਵਿੱਚ ਆਪਾਂ ਲਗਭਗ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਰਾਜਪਾਲ ਦੇ ਬਾਰੇ ਆਪਾਂ ਨੇ ਇਸ ਦੇ ਵਿੱਚ ਜਾਣੀਆਂ ਨੇ, ਤਾਂ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਾਫੀ ਹੋਰ ਚੀਜ਼ਾਂ ਜਿਹੜੀਆਂ ਸਟੇਟ ਦਾ ਜਿਹੜਾ ਚੀਫ ਮਿਨਿਸਟਰ ਹੈ ਉਸ ਦੀ ਆਪਾਂ ਦੇਖਾਂਗੇ। ਫਿਰ ਉਹੀ ਚੀਜ਼ ਆਊਗਾ, ਦੋ ਸ਼ਬਦਾਂ ਨੂੰ ਜ਼ਰੂਰ ਧਿਆਨ ਰੱਖਣਾ ਜਦੋਂ ਸਟੇਟ ਦੀ ਗੱਲ ਆਊਗੀ, ਡੀ ਜਿਓਰ ਐਗਜ਼ੀਕਿਊਟਿਵ, ਠੀਕ ਹੈ, ਐਗਜ਼ੀਕਿਊਟਿਵ ਇਹ, ਉਸ ਤੋਂ ਬਾਅਦ ਡਿਫੈਕਟੋ ਐਗਜ਼ੀਕਿਊਟਿਵ, ਅਤੇ ਇਹ ਦੋਨਾਂ ਦੀ ਆਪਾਂ ਨੇ ਜ਼ਰੂਰ ਧਿਆਨ ਰੱਖਣੀ ਹੈ। ਕਾਫੀ ਮਹੱਤਵਪੂਰਨ ਚੀਜ਼ ਇਹ ਸਾਡੇ ਲਈ ਹੋ ਜਾਂਦੀ ਹੈ, ਡਿਫੈਕਟੋ ਅਤੇ ਡੀ ਜਿਓਰ ਐਗਜ਼ੀਕਿਊਟਿਵ, ਕਿਉਂਕਿ ਇਹ ਚੀਜ਼ਾਂ ਕੀ ਕਰਦੀਆਂ ਨੇ ਵੀ ਜਿਹੜਾ ਇਹ ਉੱਪਰਲਾ ਜੋਰ ਵਾਲਾ ਹੈ ਅਤੇ ਇਹ ਹੁੰਦਾ ਗਵਰਨਰ ਜਾਂ ਆਪਾਂ ਰਾਜਪਾਲ ਦੀ ਗੱਲ ਕਰਦੇ ਹਾਂ। ਡਿਫੈਕਟੋ ਐਗਜ਼ੀਕਿਊਟਿਵ ਕੌਣ ਹੁੰਦਾ? CM ਜਾਂ ਮੁੱਖ ਮੰਤਰੀ, ਜਿਸ ਦੀ ਆਪਾਂ ਗੱਲ ਕਰਦੇ ਹਾਂ। ਫਿਰ ਕੁਛ ਆਰਟੀਕਲ ਜਾਂ ਕੁਛ ਹੋਰ ਚੀਜ਼ਾਂ ਹੈਗੀਆਂ ਨੇ ਜਿਸ ਦੇ ਬਾਰੇ ਆਪਾਂ ਦੇਖਦੇ ਹਾਂ ਕਿ ਕਿਹੜੇ ਆਰਟੀਕਲ ਦੇ ਵਿੱਚ ਮੁੱਖ ਮੰਤਰੀ ਦਾ ਜ਼ਿਕਰ ਆਉਂਦਾ ਜਾਂ ਕਿਸ ਆਰਟੀਕਲ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਰਾਜ ਦੇ ਵਿੱਚ ਕੀ ਹੈ ਗੱਲ ਹੋਊਗੀ। ਤਾਂ ਸਭ ਤੋਂ ਪਹਿਲਾਂ ਆਪਾਂ ਭਾਗ 6 ਦੇ ਵਿੱਚ ਹੀ ਦੇਖਦੇ ਹਾਂ, ਭਾਗ 6 ਦੇ ਵਿੱਚ, ਜਿਹਦੇ ਵਿੱਚ ਰਾਜ ਸਰਕਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਮਹੱਤਵਪੂਰਨ ਚੀਜ਼ ਇੱਥੇ ਹੋ ਜਾਂਦੀ ਹੈ। ਤਾਂ 164 ਆਰਟੀਕਲ ਦੇ ਵਿੱਚ ਇੱਥੇ ਕਿਹਾ ਗਿਆ ਬਈ ਕੀ ਹੈ, ਰਾਜਪਾਲ ਕੀ ਹੈ ਮੁੱਖ ਮੰਤਰੀ ਦੀ ਨਿਯੁਕਤੀ ਕਰੂਗਾ। ਭਾਵ ਮੁੱਖ ਮੰਤਰੀ ਦੀ ਨਿਯੁਕਤੀ ਦੀ ਗੱਲ ਕਿੱਥੇ ਕੀਤੀ ਗਈ ਹੈ? 164 ਦੇ ਵਿੱਚ। ਹੁਣ ਇੱਥੇ ਆਪਾਂ ਨੇ ਸਿੱਧਾ ਇਹ ਧਿਆਨ ਰੱਖਣਾ ਵੀ 164 ਦੇ ਰਾਹੀਂ ਕੀ ਹੈ, ਕਿਸੇ ਵੀ ਰਾਜ ਦੇ ਵਿੱਚ ਕੀ ਹੋਊਗਾ, ਇੱਕ ਮੁੱਖ ਮੰਤਰੀ ਹੈ ਜਿਹੜਾ ਉਹ ਹੋਊਗਾ। ਹੁਣ ਆਰਟੀਕਲ ਆਪਾਂ ਨੇ ਜ਼ਰੂਰ ਧਿਆਨ ਰੱਖਣਾ, ਕਈ ਵਾਰ ਵੈਸੇ ਬਹੁਤ ਵਾਰੀ ਪੁੱਛਿਆ ਗਿਆ ਅਤੇ ਆਪਣੇ ਕੋਲ ਨਾ ਇੱਥੇ ਕਈ ਵਾਰ ਗਲਤੀ ਹੋ ਜਾਂਦੀ ਹੈ। ਵੀ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਹੈ, ਅਤੇ ਜੇਕਰ ਆਪਾਂ ਇਹ ਦੇਖੀਏ ਵੀ ਰਾਜ ਦਾ ਮੁੱਖ ਮੰਤਰੀ ਹੋਵੇਗਾ ਤਾਂ ਉਹ ਹੈਗਾ 163 ਆਰਟੀਕਲ। 163 ਆਰਟੀਕਲ ਦੇ ਵਿੱਚ ਕੀ ਹੈਗਾ? CM, ਕਿ ਕਿਸੇ ਵੀ ਸਟੇਟ ਦਾ ਕੀ ਹੋਊਗਾ? CM ਹੋਊਗਾ। ਜੇਕਰ ਤੁਹਾਡੇ ਕੋਲ ਪ੍ਰਸ਼ਨ ਆ ਜਾਵੇ ਰਾਜਪਾਲ ਨਿਯੁਕਤੀ ਕਿਸ ਆਰਟੀਕਲ ਦੇ ਤਹਿਤ ਕਰੇਗਾ ਤਾਂ 164। ਜੇਕਰ ਐਂ ਪੁੱਛ ਲਿਆ ਜਾਵੇ ਜਿਹੜਾ ਰਾਜ ਦਾ ਕੋਈ ਮੁੱਖ ਮੰਤਰੀ ਹੋਊਗਾ ਵੀ ਰਾਜ ਦਾ ਕੋਈ ਮੁੱਖ ਮੰਤਰੀ ਹੋਊਗਾ ਤਾਂ ਇਹ ਗੱਲ ਕਹੀ ਗਈ ਹੈ 163 ਆਰਟੀਕਲ ਦੇ ਵਿੱਚ। ਇਹ ਆਪਾਂ ਨੇ ਥੋੜ੍ਹਾ ਜਿਹਾ ਧਿਆਨ ਰੱਖਣਾ ਕਿਉਂਕਿ ਇਹ ਦੋਨੋਂ ਕਨਫਿਊਜ਼ ਕਰਨ ਵਾਲੇ ਨੇਗੇ। ਅਤੇ 163 ਦੇ ਵਿੱਚ ਲਗਭਗ 167 ਦੇ ਵਿੱਚ ਆਪਾਂ ਨੇ ਲਗਭਗ ਜਿਹੜੀਆਂ ਡਿਊਟੀਜ਼ ਹੈਗੀਆਂ ਨੇ, ਆਪਾਂ ਨੇ ਜਿਵੇਂ ਪ੍ਰਾਈਮ ਮਿਨਿਸਟਰ ਦੀ ਡਿਊਟੀ ਪੜ੍ਹੀ ਸੀਗੀ, ਉਹ ਡਿਊਟੀਆਂ ਲਗਭਗ 167 ਦੇ ਵਿੱਚ ਦੱਸੀਆਂ ਗਈਆਂ ਨੇ ਬਈ CM ਦੀਆਂ ਜਾਂ ਮੁੱਖ ਮੰਤਰੀ ਦੀਆਂ ਲਗਭਗ ਕਿਹੜੀ ਡਿਊਟੀਜ਼ ਹੋਣਗੀਆਂ। ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਮੁੱਖ ਮੰਤਰੀ ਦੇ ਕਾਫੀ ਮਹੱਤਵਪੂਰਨ ਚੀਜ਼ਾਂ ਨੇ। ਜੇਕਰ ਤੁਸੀਂ ਪ੍ਰਾਈਮ ਮਿਨਿਸਟਰ ਦੀਆਂ ਗੱਲਾਂ ਪੜ੍ਹਦੀਆਂ ਹੋਣੀਆਂ ਤਾਂ ਲਗਭਗ ਤੁਸੀਂ ਕਾਰਜਕਾਰੀ ਸ਼ਕਤੀਆਂ, ਵਿੱਤੀ ਸ਼ਕਤੀਆਂ ਅਤੇ ਹੋਰ ਕਾਫੀ ਸਾਰੀਆਂ ਪ੍ਰਸ਼ਾਸਨਿਕ ਸ਼ਕਤੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਸੈਂਟਰ ਅਤੇ ਸਟੇਟ ਦਾ ਜਿਹੜਾ ਕੰਪੈਰੀਜ਼ਨ ਜਦੋਂ ਕਰਕੇ ਦੇਖੋਗੇ ਤਾਂ ਸੇਮ ਟੂ ਸੇਮ ਆਪਾਂ ਨੂੰ PM ਦੀ ਭੂਮਿਕਾ ਜੇਕਰ ਆਪਾਂ ਦੇਖੀਏ CM ਦੀ ਹੁੰਦੀ ਹੈ ਕਿਸੇ ਸਟੇਟ ਦੇ ਵਿੱਚ, ਅਤੇ ਸਟੇਟ ਦੇ ਵਿੱਚ ਇੱਕ PM ਦੇ ਤੌਰ 'ਤੇ ਇੱਕ CM ਵਿਚਰਦਾ ਹੈ, ਭਾਵ ਪ੍ਰਧਾਨ ਮੰਤਰੀ ਹੀ ਹੁੰਦਾ ਆਪਦੇ ਸਟੇਟ ਦਾ। ਪਰ ਲੇਕਿਨ ਇੱਥੇ ਆਪਾਂ ਨੂੰ ਪਤਾ ਕਿ ਦੋ ਵਾਰੀ ਪ੍ਰਧਾਨ ਮੰਤਰੀ ਦੀ ਸ਼ਬਦ ਦੀ ਯੂਜ਼ ਨਹੀਂ ਕਰਦੇ, ਤਾਂ ਮੁੱਖ ਮੰਤਰੀ ਇੱਥੇ ਸ਼ਬਦ ਹੈ ਜਿਹੜਾ ਉਹ ਕਿਸੇ ਵੀ ਸਟੇਟ ਦੇ ਲਗਭਗ ਜੇ ਆਪਾਂ ਦੇਖੀਏ ਐਕਚੁਅਲ ਜਿਹੜਾ ਹੈੱਡ ਹੈਗਾ ਉਸ ਦੇ ਲਈ ਯੂਜ਼ ਕੀਤਾ ਜਾਂਦਾ ਹੈ ਨਾ। ਨਾ ਮਾਤਰ ਕਾਰਜਕਾਰੀ ਤਾਂ ਉਹ ਹੁੰਦਾ ਆਪਣਾ
ਰਾਜਪਾਲ ਜੇਕਰ ਅਸਲੀ ਕਾਰਜਕਾਰੀ ਦੀ ਗੱਲ ਕਰੀਏ, ਇਹ ਲਗਭਗ ਨਾਮਾਤਰ ਅਤੇ ਅਸਲੀ ਕਾਰਜਕਾਰੀ ਦੀ ਹੀ ਗੱਲ ਕਰਦੇ ਨੇਗੇ। ਤਾਂ ਲਗਭਗ ਅਪੋਇੰਟਮੈਂਟ ਦਾ ਜਿਹੜਾ ਪ੍ਰੋਸੈਸ ਹੈ ਉਹ ਆਪਣਾ 164 ਤੋਂ ਹੀ ਸ਼ੁਰੂ ਹੁੰਦਾ, ਪਰ ਲੇਕਿਨ 163 ਦੇ ਵਿੱਚ ਗੱਲ ਕਹੀ ਗਈ ਹੈ ਕਿ ਕਿਸੇ ਰਾਜ ਦਾ ਇੱਕ ਕੀ ਹੋਊਗਾ, ਮੁੱਖ ਮੰਤਰੀ ਹੋਊਗਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਉਂਝ ਤਾਂ ਜੇ ਰਾਜਪਾਲ ਚਾਹੇ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਨਿਯੁਕਤ ਕਰ ਸਕਦਾ, ਪਰ ਲੇਕਿਨ ਜਿਵੇਂ ਚੋਣਾਂ ਦਾ ਜਾਂ ਜਿਹੜਾ ਆਪਾਂ ਦੇਖਦੇ ਹਾਂ ਜਨਤਾ ਦੇ ਬਹੁਮਤ ਦਾ ਫੈਸਲਾ ਜਿਹੜਾ ਆਪਾਂ ਦੇਖਦੇ ਹਾਂ, ਉਸ ਦੇ ਆਧਾਰ 'ਤੇ ਹੀ ਰਾਜਪਾਲ ਨੂੰ ਕੀ ਕਰਨਾ ਪਊਗਾ, ਬਹੁਮਤ ਦਲ ਦਾ ਜੋ ਵੀ ਨੇਤਾ ਹੈ, ਬਹੁਮਤ ਦਲ ਦਾ ਜੋ ਵੀ ਨੇਤਾ ਹੈਗਾ ਉਸ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਜਾਊਗਾ। ਉਸ ਦੀ ਮੌਤ ਦੇ ਵਿੱਚ ਕੋਈ ਉੱਤਰਾਧਿਕਾਰੀ ਨਾ ਹੋਵੇ ਤਾਂ ਹਾਲਾਂਕਿ ਮੁੱਖ ਮੰਤਰੀ ਦੀ ਮੌਤ ਤੋਂ ਪਛਾਤ ਜਿਹੜੇ ਦਲ ਹੁੰਦਾ ਹੈ, ਠੀਕ ਹੈ, ਬਹੁਮਤ ਜਿਹੜਾ ਵੀ ਸੱਤਾਧਾਰੀ ਦਲ ਹੁੰਦਾ ਹੈ, ਉਹ ਕੋਈ ਨਾ ਕੋਈ ਬੰਦਾ ਜਿਹੜਾ ਨਿਯੁਕਤ ਕਰ ਦਿੰਦਾ। ਪਰ ਜੇਕਰ ਸੱਤਾਧਾਰੀ ਦਲ ਇਸ ਚੀਜ਼ ਦੇ ਵਿੱਚ ਅਸਫਲ ਰਹਿੰਦਾ ਤਾਂ ਆਪਦੇ ਵਿਵੇਕ ਦੇ ਆਧਾਰ 'ਤੇ ਰਾਜਪਾਲ ਇੱਥੇ ਕਿਸੇ ਵੀ ਵਿਅਕਤੀ ਦੀ ਹੈ ਜਿਹੜੀ ਮੁੱਖ ਮੰਤਰੀ ਦੇ ਤੌਰ 'ਤੇ ਨਿਯੁਕਤੀ ਕਰ ਸਕਦਾ, ਜੋ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਹੋਵੇ, ਭਾਵ ਸੱਤਾਧਾਰੀ ਪਾਰਟੀ ਦੇ ਨਾਲ ਜੋ ਬੰਦਾ ਸੰਬੰਧ ਰੱਖਦਾ ਹੋਵੇ। ਹੁਣ ਆਪਾਂ ਦੇਖਦੇ ਹਾਂ ਨਿਯੁਕਤ ਹੋਣ ਤੋਂ ਬਾਅਦ ਦੇਖੀਏ ਇੱਥੇ ਕੋਈ ਜਿਹੜਾ ਪ੍ਰਾਵਧਾਨ ਨਹੀਂ ਹੈਗਾ ਵੀ ਮੰਨ ਲਓ ਕੋਈ ਬੰਦਾ ਮੁੱਖ ਮੰਤਰੀ ਬਣਦਾ ਹੈ, ਮੁੱਖ ਮੰਤਰੀ ਜੇਕਰ ਕੋਈ ਬਣਦਾ ਹੈ ਤਾਂ ਉਸ ਨੂੰ ਪਹਿਲਾਂ ਬਹੁਮਤ ਸਿੱਧ ਕਰਨਾ ਪਊਗਾ। ਇੱਥੇ ਇਹ ਜ਼ਰੂਰੀ ਨਹੀਂ ਹੈਗਾ, ਤਾਂ ਕੋਈ ਵੀ ਵਿਅਕਤੀ ਜਿਹੜਾ ਬਹੁਮਤ ਬਣ ਸਕਦਾ। ਤਾਂ ਉਸ ਤੋਂ ਬਾਅਦ ਲਗਭਗ ਕਈ ਮਾਮਲਿਆਂ ਦੇ ਵਿੱਚ ਆਪਾਂ ਨੇ ਦੇਖਿਆ ਵੀ ਜਦੋਂ ਕੋਈ ਮੁੱਖ ਮੰਤਰੀ ਨਿਯੁਕਤ ਹੋ ਜਾਂਦਾ ਹੈ, ਫਿਰ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ। ਅਤੇ ਇੱਥੇ ਇਹ ਵੀ ਨਹੀਂ ਹੈਗਾ, ਜੇਕਰ ਮੰਨ ਲਓ ਕੋਈ ਵੀ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੈਗਾ, ਕੋਈ ਬੰਦਾ ਕਿਸੇ ਵੀ ਸਦਨ ਦਾ, ਜਾਂ ਵਿਧਾਨ ਪਰਿਸ਼ਦ ਦੀ ਗੱਲ ਕਰ ਲਈਏ, ਅਤੇ ਹੁਣ ਚਾਹੇ ਵਿਧਾਨ ਪਰਿਸ਼ਦ ਦੀ ਗੱਲ ਕਰ ਲਈਏ ਚਾਹੇ ਵਿਧਾਨ ਸਭਾ ਦੀ ਗੱਲ ਕਰ ਲਈਏ, ਮੰਨ ਲਓ ਦੋਨਾਂ ਦੇ ਵਿੱਚੋਂ ਕਿਸੇ ਦਾ ਵੀ ਉਹ ਮੈਂਬਰ ਨਹੀਂ ਹੈਗਾ ਲੈਜਿਸਲੇਟਿਵ ਕੌਂਸਲ ਦਾ, ਹੈ ਨਾ, ਤਾਂ ਆਪਾਂ ਦੇਖਦੇ ਹਾਂ ਫਿਰ ਉਹਨੂੰ ਲਗਭਗ 6 ਮਹੀਨੇ ਦੇ ਅੰਦਰ ਅੰਦਰ ਉਸ ਨੂੰ ਕੀ ਕਰਨਾ ਪਊਗਾ, ਕਿਸੇ ਵੀ ਸਦਨ ਦਾ ਜਿਹੜਾ ਮੈਂਬਰ ਬਣਨਾ ਪਊਗਾ, ਚਾਹੇ ਵਿਧਾਨ ਪਰਿਸ਼ਦ ਦਾ ਬਣੇ ਚਾਹੇ ਵਿਧਾਨ ਸਭਾ ਦਾ ਬਣੇ। ਇੱਥੇ ਇਹ ਕਾਫੀ ਮਹੱਤਵਪੂਰਨ ਚੀਜ਼ ਹੋ ਜਾਂਦੀ ਹੈ। ਹੁਣ ਸਹੁੰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਹੈ ਗ੍ਰਹਿਣ ਕਰਾਂ, ਰਾਜਪਾਲ ਉਸ ਨੂੰ ਸਹੁੰ ਚੁਕਵਾਉਂਦਾ ਹੈ ਨਾ, ਰਾਜਪਾਲ ਦੁਆਰਾ ਇਸ ਦੀ ਸਹੁੰ ਚੁਕਵਾਈ ਜਾਂਦੀ ਹੈ। ਫਿਰ ਉਸ ਤੋਂ ਬਾਅਦ ਲਗਭਗ ਜਿਹੜੀਆਂ ਸਹੁੰਆਂ ਦੇ ਵਿੱਚ ਆਪਾਂ ਦੇਖਦੇ ਹਾਂ ਉਹੀ ਹੈ, ਮੈਂ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਸੱਤਿਆ ਨਿਸ਼ਠਾ ਦੇ ਨਾਲ ਕੰਮ ਕਰੂੰਗਾ ਅਤੇ ਅਖੰਡਤਾ ਨੂੰ ਬਣਾਈ ਰੱਖੂੰਗਾ। ਇਹ ਸਾਰੀਆਂ ਗੱਲਾਂ ਆਪਾਂ ਦੇਖਦੇ ਹਾਂ। ਹੁਣ ਜਿਹੜੇ ਆਪਾਂ ਦੇਖਦੇ ਹਾਂ ਮੁੱਖ ਮੰਤਰੀ ਦੇ ਕੁਛ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਲਗਭਗ ਉਹੀ ਚੀਜ਼ ਹੈ, ਮੰਤਰੀ ਮੰਡਲ ਦੀ ਨਿਯੁਕਤੀ ਕਰਨਾ, ਹੈ ਨਾ, ਮੰਤਰੀ ਮੰਡਲ ਦਾ ਨਿਰਮਾਣ ਕਰਨਾ, ਉਸ ਤੋਂ ਬਾਅਦ ਵਿਭਾਗਾਂ ਦੇ ਵਿੱਚ ਫੇਰ-ਬਦਲ ਕਰਨਾ, ਵਿਭਾਗ ਬਦਲਣਾ, ਮੰਤਰੀਆਂ ਦੇ ਜਾਂ ਮੰਤਰੀ ਮੰਡਲ ਬਦਲਣਾ, ਠੀਕ ਹੈ, ਤਿਆਗ ਪੱਤਰ ਦੇਣ ਦੇ ਲਈ ਮਤਭੇਦ ਹੋਣ 'ਤੇ ਕਿਸੇ ਵੀ ਮੰਤਰੀ ਤੋਂ ਤਿਆਗ ਪੱਤਰ ਮੰਗ ਸਕਦਾ ਹੈ। ਅਤੇ ਉਸ ਤੋਂ ਬਾਅਦ ਮੰਤਰੀ ਪਰਿਸ਼ਦ ਦੀ ਜਿਹੜੀ ਬੈਠਕ ਦੀ ਹੈ, ਮੰਤਰੀ ਪਰਿਸ਼ਦ ਦੀ ਜਿਹੜੀ ਬੈਠਕ ਹੁੰਦੀ ਹੈ ਉਸ ਦੀ ਪ੍ਰਧਾਨਗੀ ਕਰਦਾ ਹੈ ਅਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ ਹੈ। ਉਸ ਤੋਂ ਬਾਅਦ ਕਿਰਿਆਕਲਾਪਾਂ ਦੇ ਵਿੱਚ ਸਹਿਯੋਗ, ਨਿਯੰਤਰਣ ਅਤੇ ਕੰਟਰੋਲ ਹੈ ਜਿਹੜਾ, ਅਤੇ ਮਾਰਗਦਰਸ਼ਨ, ਸਾਰੇ ਮੰਤਰੀਆਂ ਦਾ ਮਾਰਗਦਰਸ਼ਕ ਆਪਾਂ ਜੇਕਰ ਕਹੀਏ ਤਾਂ ਉਹ ਹੁੰਦਾ ਮੁੱਖ ਮੰਤਰੀ। ਮੁੱਖ ਮੰਤਰੀ ਸਾਰੇ ਮੰਤਰੀਆਂ ਦਾ ਕੀ ਹੁੰਦਾ ਗਾ, ਮਾਰਗਦਰਸ਼ਕ ਹੁੰਦਾ। ਇਹ ਵੀ ਕਾਫੀ ਮਹੱਤਵਪੂਰਨ ਚੀਜ਼ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰਾਜਪਾਲ ਦੇ ਸੰਬੰਧ ਦੇ ਵਿੱਚ ਕੀ ਹੈ। ਰਾਜਪਾਲ ਅਤੇ ਮੰਤਰੀ ਪਰਿਸ਼ਦ ਦੇ ਵਿੱਚ ਜੇਕਰ ਆਪਾਂ ਦੇਖੀਏ ਮੁੱਖ ਕੜੀ ਦਾ ਜਿਹੜਾ ਕੰਮ ਹੈ ਉਹ ਚੀਫ ਮਿਨਿਸਟਰ ਹੀ ਹੈਗਾ। ਸਟੇਟ ਦੀ ਜਿਹੜੀ ਇਹ ਹੈਗੀ ਆਪਣੀ ਕੈਬਨਿਟ ਹੈਗੀ ਹੈ ਜਾਂ ਮੰਤਰੀ ਮੰਡਲ ਹੈਗਾ ਉਸ ਦੇ ਅਤੇ ਰਾਜਪਾਲ ਦੇ ਵਿੱਚ, ਹੈ ਨਾ, ਰਾਜਪਾਲ ਜਾਂ ਆਪਾਂ ਗਵਰਨਰ ਦੀ ਗੱਲ ਕਰਦੇ ਹਾਂ, ਇਹਨਾਂ ਦੇ ਵਿੱਚ ਜੇਕਰ ਕੜੀ ਦਾ ਕੰਮ ਕਰਦਾ ਹੈ ਅਤੇ ਮੰਤਰੀ ਪਰਿਸ਼ਦ ਦੇ ਵਿੱਚ, ਤਾਂ ਉਹ ਕੜੀ ਦਾ ਕੰਮ ਕੌਣ ਕਰਦਾ, ਤਾਂ CM ਉਹ ਕੜੀ ਦਾ ਕੰਮ ਕਰਦਾ। ਕਾਫੀ ਮਹੱਤਵਪੂਰਨ ਇੱਥੇ ਹੋ ਜਾਂਦਾ ਹੈ। ਉਸ ਤੋਂ ਬਾਅਦ ਰਾਜ ਦੇ ਜਿਹੜੇ ਕੰਮ ਹੁੰਦੇ ਨੇਗੇ ਪ੍ਰਸ਼ਾਸਨ ਸੰਬੰਧੀ ਨੇ, ਚਾਹੇ ਵਿਧਾਨ ਪਰਿਸ਼ਦ ਸੰਬੰਧੀ ਨੇ, ਅਤੇ ਰਾਜਪਾਲ ਜੇਕਰ ਕੋਈ ਜਾਣਕਾਰੀ ਮੰਗੇ ਤਾਂ ਉਹ ਸਾਰੀ ਜਾਣਕਾਰੀ ਹੈ ਰਾਜਪਾਲ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਕਈ ਵਾਰ CM ਦੁਆਰਾ ਨਿਭਾਈ ਜਾਂਦੀ ਹੈ। CM ਇਸ ਚੀਜ਼ ਦੇ ਲਈ ਵਚਨਬੱਧ ਹੈਗਾ ਵੀ ਉਹ ਜੋ ਵੀ ਜਾਣਕਾਰੀ ਰਾਜਪਾਲ ਦੁਆਰਾ ਮੰਗੀ ਜਾਊਗੀ ਉਹ ਉਸ ਦੇ ਸਾਹਮਣੇ ਪੇਸ਼ ਕਰੇਗਾ। ਉਸ ਤੋਂ ਬਾਅਦ ਕਿਸੇ ਵੀ ਵਿਸ਼ੇ ਦੇ ਉੱਪਰ ਜੇਕਰ ਕਿਸੇ ਮੰਤਰੀ ਨੇ ਨਿਸ਼ਚੇ ਕਰ ਲਿਆ ਪਰ ਲੇਕਿਨ ਮੰਤਰੀ ਪਰਿਸ਼ਦ ਨੇ ਵਿਚਾਰ ਨਹੀਂ ਕੀਤਾ ਤਾਂ ਰਾਜਪਾਲ ਦੁਆਰਾ ਜੇਕਰ ਇਹੋ ਜਿਹਾ ਕੁਛ ਹੈਗਾ ਤਾਂ ਉਸ ਦੇ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ। ਠੀਕ ਹੈ, ਮੰਨ ਲਓ ਕਿਸੇ ਵੀ ਵਿਸ਼ੇ ਦੇ ਉੱਪਰ ਮੰਤਰੀ ਦੁਆਰਾ ਨਿਸ਼ਚੇ ਕਰ ਲਿਆ
ਪਰ ਲੇਕਿਨ ਮੰਤਰੀ ਪਰਿਸ਼ਦ ਨੇ ਉਸਦੇ ਉੱਪਰ ਵਿਚਾਰ ਨਹੀਂ ਕੀਤਾ। ਰਾਜਪਾਲ ਨੂੰ ਛੱਡ ਕੇ ਪਰਿਸ਼ਦ ਦੇ ਸਾਹਮਣੇ, ਠੀਕ ਹੈ, ਵਿਚਾਰ ਹੈ ਉਹ ਜਿਹੜੇ ਰੱਖਣ ਦੇ ਲਈ ਕਹਿ ਸਕਦਾ, ਇਹ ਵੀ ਗੱਲ ਕਿਸ ਦੀ ਹੈ, ਮੁੱਖ ਮੰਤਰੀ ਦੇ ਅਧੀਨ ਆਉਂਦੀ ਹੈ। ਫਿਰ ਕਾਫੀ ਮਹੱਤਵਪੂਰਨ ਅਧਿਕਾਰੀ ਨੇ, ਚਾਹੇ ਮਹਾ ਅਧਿਵਕਤਾ ਹੈ, ਚਾਹੇ ਆਪਣੇ PCS ਦੇ ਅਧਿਕਾਰੀ ਹੁੰਦੇ ਨੇਗੇ, ਜਾਂ ਹੋਰ ਉਹਨਾਂ ਦੇ ਮੈਂਬਰ ਹੁੰਦੇ ਨੇਗੇ, ਨਿਰਵਾਚਨ ਆਯੁਕਤ ਹੈ ਜਿਹੜਾ ਸਟੇਟ ਦਾ, ਇਸ ਦੇ ਸੰਬੰਧੀ ਵੀ ਲਗਭਗ ਰਾਜਪਾਲ ਨੂੰ ਕੀ ਹੈ ਜਿਹੜੀ ਸਲਾਹ ਹੈ, ਠੀਕ ਹੈ, ਸਲਾਹ ਜਾਂ ਪਰਾਮਰਸ਼ ਹੈ, ਉਹ ਭਾਵ ਇੱਥੇ ਕਹਿ ਸਕਦੇ ਹਾਂ ਰਾਜਪਾਲ ਦੁਆਰਾ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਨੇ ਉਹ ਮੁੱਖ ਮੰਤਰੀ ਦੀ ਸਲਾਹ ਦੇ ਨਾਲ ਕੀਤੀਆਂ ਜਾਂਦੀਆਂ ਨੇ। ਫਿਰ ਵਿਧਾਨ ਮੰਡਲ ਦੇ ਨਾਲ ਸੰਬੰਧਿਤ ਉਹੀ ਚੀਜ਼ ਹੈ। ਇੱਥੇ ਦੇਖੋ, ਜੇਕਰ ਕਿਸੇ ਵੀ ਕੋਈ ਵੀ ਸੈਸ਼ਨ ਚੱਲ ਰਿਹਾ ਹੈ ਨਾ, ਸੈਸ਼ਨ ਦੀ ਸ਼ੁਰੂਆਤ ਅਤੇ ਸੈਸ਼ਨ ਦੀ ਸਮਾਪਤੀ ਦੀ ਜਿਹੜੀ ਸਿਫਾਰਿਸ਼ ਹੈ ਨਾ, ਸਿਫਾਰਿਸ਼ ਹੈ ਉਹ ਕੌਣ ਕਰੇਗਾ, CM ਕਰੇਗਾ। ਪਰ ਲੇਕਿਨ ਖ਼ਤਮ ਕਰਨ ਦਾ ਕੌਣ, ਇੱਥੇ ਧਿਆਨ ਰੱਖਣਾ, ਸਿਫਾਰਿਸ਼ ਹੀ ਕਰਦਾ CM ਸੈਸ਼ਨ ਨੂੰ ਖ਼ਤਮ ਨਹੀਂ ਕਰ ਸਕਦਾ। ਜਿਹੜਾ ਸੈਸ਼ਨ ਹੁੰਦਾ ਉਸ ਨੂੰ ਖ਼ਤਮ ਨਹੀਂ ਕਰ ਸਕਦਾ, ਉਸ ਨੂੰ ਬੁਲਾ ਨਹੀਂ ਸਕਦਾ। ਬੁਲਾਉਣ ਦਾ ਕੰਮ ਵੀ ਗਵਰਨਰ ਦਾ ਹੈ, ਖ਼ਤਮ ਕਰਨ ਦਾ ਵੀ ਕੰਮ ਗਵਰਨਰ ਦਾ ਹੈ। ਪਰ ਲੇਕਿਨ ਜੇਕਰ ਆਪਾਂ ਦੇਖੀਏ ਸਿਫਾਰਿਸ਼ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ, CM ਦੁਆਰਾ ਕੀਤੀ ਜਾਂਦੀ ਹੈ ਜਾਂ ਮੁੱਖ ਮੰਤਰੀ ਦੁਆਰਾ ਕੀਤੀ ਜਾਂਦੀ ਹੈ। ਵਿਧਾਨ ਸਭਾ ਨੂੰ ਵੀ ਗਠਿਤ ਕਰਨ ਦੀ ਸਿਫਾਰਿਸ਼ ਕਰ ਸਕਦਾ ਹੈ ਅਤੇ ਸਾਰੀਆਂ ਨੀਤੀਆਂ ਸਭਾ ਦੇ ਪਟਲ ਉੱਪਰ ਰੱਖਣੀਆਂ, ਸਭਾ ਪਟਲ 'ਤੇ ਰੱਖਣੀਆਂ, ਠੀਕ ਹੈ, ਇਹ ਵੀ ਜ਼ਿੰਮੇਵਾਰੀ ਕਿਸਦੀ ਹੈ, ਮੁੱਖ ਮੰਤਰੀ ਦੀ ਹੈ। ਤਾਂ ਮੈਂ ਮੰਨਦਾ ਕਿ ਇੱਥੋਂ ਤੱਕ ਤੁਸੀਂ ਕਾਫੀ ਮਹੱਤਵਪੂਰਨ ਜਿਹੜੀ ਜਾਣਕਾਰੀ ਹੈ ਮੁੱਖ ਮੰਤਰੀ ਦੇ ਨਾਲ ਸੰਬੰਧਿਤ ਹੈ ਜਿਹੜੀ ਉਹ ਪ੍ਰਾਪਤ ਕਰ ਲਈ ਹੋਊਗੀ। ਹੁਣ ਆਪਾਂ ਦੁਬਾਰਾ ਫਿਰ ਇੱਕ ਹੋਰ ਜਿਹੜੀ ਧਿਆਨ, ਹੋਰ ਜਿਹੜੇ ਕੰਮ ਹੁੰਦੇ ਨੇਗੇ, ਲਗਭਗ ਯੋਜਨਾ ਜਿਹੜਾ ਸਟੇਟ ਦਾ ਯੋਜਨਾ ਬੋਰਡ ਹੈਗਾ ਹੈ ਨਾ। ਹੁਣ ਇੱਥੇ ਨਾ ਇੱਕ ਚੀਜ਼ ਯਾਦ ਰੱਖਣਾ ਕਿ ਜਿਹੜੀ ਕੇਂਦਰ ਦਾ ਵੀ ਕੋਈ ਵੀ ਵਿਭਾਗ ਹੈਗਾ ਉਸ ਦੀ ਕੀ ਬਣਦੀ ਹੈ, ਪ੍ਰੀਸ਼ਦ ਬਣਦੀ ਹੈ। ਪਰ ਲੇਕਿਨ ਜੇਕਰ ਆਪਾਂ ਸਟੇਟ ਦੇ ਵਿੱਚ ਦੇਖੀਏ, ਸਟੇਟ ਦੇ ਵਿੱਚ ਜੇਕਰ ਆਪਾਂ ਕੰਟਰੀ ਸੈਂਟਰ ਦੇ ਵਿੱਚ ਦੇਖੀਏ ਤਾਂ ਸੈਂਟਰ ਦੇ ਵਿੱਚ ਆਪਾਂ ਨੂੰ ਪ੍ਰੀਸ਼ਦ ਮਿਲੇਗੀ ਅਤੇ ਪ੍ਰੀਸ਼ਦਾਂ ਦੇ ਲਗਭਗ ਹੈੱਡ ਜਿਹੜੇ ਆ ਉਹ ਆਪਣੇ PM ਮਿਲਣਗੇ। ਅਤੇ ਸਟੇਟ ਦੇ ਵਿੱਚ ਕੀ ਹੋਣਗੇ, ਬੋਰਡ ਹੋਣਗੇ, ਅਤੇ ਬੋਰਡ ਦਾ ਜਿਹੜਾ ਚੇਅਰਪਰਸਨ ਹੈ ਜਾਂ ਅਧਿਅਕਸ਼ ਹੈ ਜਾਂ ਪ੍ਰਧਾਨ ਹੈ ਉਹ ਲਗਭਗ ਆਪਣਾ ਜਿਹੜਾ CM ਹੈ ਉਹ ਨਿਯੁਕਤ ਹੋਊਗਾ। ਇਹ ਥੋੜ੍ਹੀ ਜਿਹੀਆਂ ਗੱਲਾਂ ਧਿਆਨ ਰੱਖਣੀਆਂ ਨੇ। ਯੋਜਨਾ ਆਯੋਗ, ਠੀਕ ਹੈ, ਯੋਜਨਾ ਬੋਰਡ ਦਾ ਜਿਹੜਾ ਪ੍ਰਧਾਨ ਹੈ ਕੌਣ ਹੋਊਗਾ, CM ਹੋਊਗਾ। ਖੇਤਰੀ ਪ੍ਰੀਸ਼ਦ ਦਾ ਪ੍ਰਧਾਨ ਕੌਣ ਹੋਊਗਾ, ਅਤੇ ਉਪ ਅਧਿਅਕਸ਼ ਦੇ ਤੌਰ 'ਤੇ ਕੰਮ ਕਰਦਾ ਹੈ। ਅਤੇ ਜੇਕਰ ਵਹਿ ਇੱਕ ਖੇਤਰੀ ਪ੍ਰੀਸ਼ਦ ਦੇ ਕਾਰਜਭਾਰ ਉਪ ਅਧਿਅਕਸ਼ ਦੇ ਰੂਪ ਦੇ ਵਿੱਚ ਵੀ ਕੰਮ ਕਰਦਾ ਹੈ ਅਤੇ ਇੱਕ ਟਾਈਮ ਦੇ ਵਿੱਚ ਕਾਰਜਕਾਲ 1 ਸਾਲ ਦਾ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੰਤਰਰਾਜ ਦੀ ਜਿਹੜੀ ਪ੍ਰੀਸ਼ਦ ਹੈਗੀ ਹੈ, ਨੀਤੀ ਆਯੋਗ ਦੀ ਜਿਹੜੀ ਗਵਰਨਿੰਗ ਕੌਂਸਲ ਹੈ ਉਸ ਦਾ ਵੀ ਇਹ ਮੈਂਬਰ ਹੁੰਦਾ ਹੈ। ਅਤੇ ਲਗਭਗ ਦੋਨਾਂ ਦੀ ਜਿਹੜੀ ਪ੍ਰਧਾਨ ਹੈਗੀ ਆ, ਮੈਂ ਤੁਹਾਨੂੰ ਕਿਹਾ ਸੀਗਾ ਅੰਤਰ ਸਟੇਟ ਦੀ ਜਿਹੜੀ ਹੈ ਨਾ, ਅੰਤਰਰਾਜੀ ਮਾਮਲਾ ਹੁਣ ਦੇਸ਼ ਦੇ ਪੱਧਰ ਦਾ ਹੋ ਗਿਆ ਕਿਉਂਕਿ 2 ਸਟੇਟਾਂ ਦੀ ਗੱਲ ਹੁੰਦੀ ਹੈ। ਤਾਂ ਇੱਥੇ ਜਿਹੜੀ ਹੈੱਡ ਹੈ ਉਹ ਆਪਣਾ ਕੌਣ ਹੋਊਗਾ, PM ਹੋਊਗਾ। ਪਰ ਲੇਕਿਨ CM ਇਸ ਦਾ ਮੈਂਬਰ ਹੋਊਗਾ ਜਿਹੜੀ ਅੰਤਰਰਾਜ ਪ੍ਰੀਸ਼ਦ ਹੈ। ਫਿਰ ਉਸ ਤੋਂ ਬਾਅਦ ਰਾਜ ਸਰਕਾਰ ਦਾ ਮੁੱਖ ਵਕਤਾ ਜਾਂ ਆਪਾਂ ਕਹਿੰਦੇ ਹਾਂ ਭਾਸ਼ਣ ਕਰਤਾ, ਉਹ ਇਹ ਹੁੰਦਾ। ਇਹ ਸਾਰੀਆਂ ਕਾਫੀ ਮਹੱਤਵਪੂਰਨ ਚੀਜ਼ਾਂ ਨੇ। ਰਾਜਨੀਤਿਕ ਸੇਵਾਵਾਂ ਦਾ ਪ੍ਰਮੁੱਖ ਹੈ। ਜਿਹੜੀਆਂ ਵੀ ਰਾਜਨੀਤਿਕ ਸੇਵਾਵਾਂ ਨੇ, ਰਾਜਨੀਤਿਕ ਸੇਵਾਵਾਂ ਦਾ ਪ੍ਰਮੁੱਖ ਵੀ ਆਪਣਾ ਕੀ ਹੈ, ਰਾਜਪਾਲ ਹੈ। ਇਹ ਕਾਫੀ ਮਹੱਤਵਪੂਰਨ ਜਾਣਕਾਰੀ ਹੈ। ਜੇਕਰ ਆਪਾਂ ਇਹ ਆਪਣਾ ਕੀ ਹੈ, CM ਹੈ ਜਿਹੜਾ ਮੁੱਖ ਮੰਤਰੀ ਹੈ, ਅਤੇ ਕਾਫੀ ਮਹੱਤਵਪੂਰਨ ਜਾਣਕਾਰੀ ਹੈ। ਜੇਕਰ ਤੁਸੀਂ ਇਸ ਦੇ ਬਾਰੇ ਇਸ ਵੀਡੀਓ ਨੂੰ ਅੰਤ ਤੱਕ ਦੇਖ ਰਹੇ ਹੋ ਤਾਂ ਤੁਹਾਨੂੰ ਇਸ ਦੇ ਬਾਰੇ ਲਗਭਗ ਕਾਫੀ ਮਹੱਤਵਪੂਰਨ ਜਾਣਕਾਰੀ ਹੈ ਜਿਹੜੀ ਅੱਜ ਪ੍ਰਾਪਤ ਹੋ ਗਈ ਹੋਵੇਗੀ। ਫਿਰ ਆਪਾਂ ਦੇਖਦੇ ਹਾਂ 163 ਆਰਟੀਕਲ ਦੇ ਵਿੱਚ ਆਪਾਂ ਨੇ ਕੀ ਹੋਊਗਾ, ਮੰਤਰੀ ਪ੍ਰੀਸ਼ਦ ਹੋਵੇਗੀ, ਠੀਕ ਹੈ, ਮੰਤਰੀ ਪ੍ਰੀਸ਼ਦ ਹੋਵੇਗੀ ਅਤੇ ਮੁੱਖ ਮੰਤਰੀ ਹੋਵੇਗਾ। ਇਹ ਜਿਹੜੀ ਗੱਲ ਹੈ 163 ਆਰਟੀਕਲ ਦੇ ਵਿੱਚ ਕਹੀ ਗਈ ਹੈ ਕਿ ਇਹਨੂੰ ਗਵਰਨਰ ਨੂੰ ਸਲਾਹ ਦੇਣ ਦੇ ਲਈ ਮੁੱਖ ਮੰਤਰੀ ਹੋਵੇਗਾ ਅਤੇ ਮੰਤਰੀ ਪ੍ਰੀਸ਼ਦ ਹੋਵੇਗੀ, ਇੰਨੀ ਕੁ ਗੱਲ ਕਹੀ ਗਈ ਹੈ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ 164 ਦੇ ਵਿੱਚ ਮੁੱਖ ਮੰਤਰੀ ਦੀ ਨਿਯੁਕਤੀ ਦੀ ਗੱਲ ਕੀਤੀ ਗਈ ਹੈ। ਮੁੱਖ ਮੰਤਰੀ ਦੀ ਨਿਯੁਕਤੀ, ਜਦੋਂ ਨਿਯੁਕਤੀ ਸ਼ਬਦ ਆ ਗਿਆ ਤਾਂ ਨਿਯੁਕਤੀ ਦੇ ਲਈ ਤੁਸੀਂ ਨੇ ਸਿਰਫ 164 ਨੂੰ ਹੀ ਪ੍ਰੈਫਰ ਕਰਨਾ। 164 ਦੇ ਵਿੱਚ ਨਿਯੁਕਤੀ ਦੀ ਗੱਲ ਕੀਤੀ ਗਈ ਹੈ, ਰਾਜਪਾਲ ਦੁਆਰਾ ਕੀਤੀ ਜਾਊਗੀ, ਠੀਕ ਹੈ। ਜਾਂ ਹੋਰ ਮੰਤਰੀਆਂ ਦੀ ਨਿਯੁਕਤੀ ਵੀ ਲਗਭਗ 164 ਦੇ ਤਹਿਤ ਹੀ ਕੀਤੀ ਜਾਂਦੀ ਹੈ। ਫਿਰ ਮੰਤਰੀ ਦੇ ਵਿੱਚ ਲਗਭਗ ਆਪਾਂ ਦੇਖਦੇ ਹਾਂ 167 ਦੇ ਵਿੱਚ ਆਪਾਂ ਦੇਖਦੇ ਹਾਂ CM ਦੀ ਜਿਹੜੀ ਡਿਊਟੀਜ਼ ਨੇ, ਕਰਤੱਵ ਨੇ ਉਹਨਾਂ ਦੀ ਪ੍ਰਸ਼ਾਸਨ ਸੰਬੰਧੀ ਨੇ, ਵਿਧਾਨਕ ਨੇਗੇ, ਕਾਰਜਕਾਰੀ ਨੇ,
ਇਹ ਸਾਰਿਆਂ ਦਾ ਲਗਭਗ ਰਾਜਪਾਲ ਦੁਆਰਾ ਜਿਹੜੇ ਆ ਆਪਾਂ ਦੇਖਦੇ ਹਾਂ ਕਿਤੇ ਰਾਜਪਾਲ ਦੀ ਸਲਾਹ ਦੇ ਨਾਲ ਰਾਜਪਾਲ ਨੂੰ ਸਲਾਹ ਇਹ ਜਿਹੜਾ ਦੇ ਸਕਦਾ ਹੈ ਨਾ। ਰਾਜ ਦੇ ਕਾਰਜਾਂ ਦੇ ਵਿੱਚ ਪ੍ਰਸ਼ਾਸਨ ਸੰਬੰਧੀ ਜਿੰਨੇ ਵੀ ਵਿਧਾਨਕ ਵਿਸ਼ਵਕ ਪ੍ਰਸਤਾਵਨਾਵਾਂ ਜੋ ਵੀ ਹੁੰਦੀ ਹੈ ਜਾਂ ਜਾਣਕਾਰੀ ਜੋ ਵੀ ਰਾਜਪਾਲ ਮੰਗੇ ਤਾਂ ਉਹ ਸੰਬੰਧੀ ਜਿਹੜੀ ਜਾਣਕਾਰੀ ਹੈ ਰਾਜਪਾਲ ਨੂੰ ਪ੍ਰੋਵਾਈਡ ਕੌਣ ਕਰਾਏਗਾ, CM ਕਰਾਏਗਾ। ਇਹ 167 ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ। ਤਾਂ ਹੁਣ ਆਪਣੇ ਕੋਲ ਜਿਹੜੇ ਲਗਭਗ 163 164 ਅਤੇ 167 ਅਤੇ ਇੱਕ ਹੋਰ ਹੈ ਲਗਭਗ 166 ਦੇ ਵਿੱਚ ਆਪਾਂ ਦੇਖਦੇ ਹਾਂ 166 ਆਰਟੀਕਲ ਵੀ ਕਈ ਵਾਰ ਰਾਜ ਸਰਕਾਰ ਦੁਆਰਾ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਉਹਨਾਂ ਦਾ ਸੰਚਾਲਨ ਹੈ ਮੁੱਖ ਮੰਤਰੀ ਦੁਆਰਾ ਕਰਵਾਇਆ ਜਾਊਗਾ। ਇਹ ਵੀ ਕਾਫੀ ਮਹੱਤਵਪੂਰਨ ਚੀਜ਼ ਹੈ। ਹੁਣ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਅਤੇ ਉਮੀਦ ਕਰਦਾ ਕਿ ਤੁਹਾਨੂੰ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਾਫੀ ਮਹੱਤਵਪੂਰਨ ਲੱਗੀ ਹੋਊਗੀ। ਜੋ ਵੀ ਮੇਰਾ ਵੀਰ ਭੈਣ ਇਸ ਵੀਡੀਓ ਨੂੰ ਦੇਖੇਗਾ ਅੰਤ ਤੱਕ, ਠੀਕ ਹੈ, ਉਹ ਕਾਫੀ ਸਾਰੀ ਜਾਣਕਾਰੀ ਹੈ ਉਹ ਇਸ ਵੀਡੀਓ ਤੋਂ ਲੈ ਕੇ ਜਾਏਗਾ। ਤਾਂ ਆਪਾਂ ਲਗਭਗ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਅਤੇ ਕੋਸ਼ਿਸ਼ ਕਰੂੰਗਾ ਕਿ ਮੰਤਰੀ ਪਰਿਸ਼ਦ ਅਤੇ ਜਿਹੜੀ ਰਾਜ ਵਿਧਾਨ ਪਾਲਿਕਾ ਹੈ, ਵਿਧਾਨ ਮੰਡਲ ਹੈ, ਉਹਦਾ ਆਪਾਂ ਇੱਕ ਟੋਪਿਕ ਦੇ ਵਿੱਚ ਹੀ ਕਵਰ ਕਰਾਂਗੇ। ਅੱਜ ਦਾ ਲਗਭਗ ਆਪਾਂ ਨੇ CM ਅਤੇ ਗਵਰਨਰ ਹੈ ਜਿਹੜਾ ਉਸ ਨੂੰ ਕੰਪਲੀਟ ਕੀਤਾ। ਤਾਂ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਹੈ ਕਾਫੀ ਬੈਨੀਫੀਸ਼ੀਅਲ ਤੁਹਾਡੇ ਲਈ ਹੋਊਗੀ। ਕੁਛ ਤੁਹਾਡੇ ਜਿਹੜੇ ਆ ਆਪਾਂ ਦੇਖਦੇ ਹਾਂ ਜਿਹੜੇ ਹੁੰਦੇ ਨੇਗੇ ਡਾਊਟ ਹੁੰਦੇ ਨੇਗੇ ਉਹ ਤੁਹਾਡੇ ਕਲੀਅਰ ਕਰੇਗੀ। ਅਤੇ ਵਾਹਿਗੁਰੂ ਮਿਹਰ ਕਰੇ ਜੇਕਰ ਤੁਸੀਂ ਸਾਥ ਦਿੰਦੇ ਰਹੇ ਤਾਂ ਇਹ ਵੀਡੀਓ ਤੁਹਾਡੇ ਕੋਲ ਡੇਲੀ ਅਪਲੋਡ ਹੁੰਦੀਆਂ ਰਹਿਣਗੀਆਂ। ਤਾਂ ਮਾਸਟਰ ਕੈਡਰ ਪਾਸ ਕਰਨ ਦੇ ਲਈ ਦੇਖਦੇ ਰਹੋ ਐਗਜ਼ਾਮ ਕੇਅਰ 14 ਦੀਆਂ ਵੀਡੀਓਜ਼ ਨੂੰ ਵਾਰੋ ਵਾਰੀ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਅੰਤ ਤੱਕ ਦੇਖਿਆ।